ਲਈ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹੋਰ ਸਾਰੇ ਦਰਸ਼ਕ ਠੀਕ ਠਾਕ ਨੇ? ਮੈਂ ਸ਼ੁਰੂਆਤ ਕਰਨ ਲੱਗਾ ਸੀਗਾ ਤੇ ਮੇਰੇ ਨਾਲ ਇਲਤ ਹੋ ਗਈ ਹੈ ਤੜਕੇ ਆਉਣ ਸਾਰ ਹੀ। ਸ਼ੁਰੂਆਤ ਦੇ ਵਿੱਚ ਹੀ ਪਹਿਲੇ 30 ਸਕਿੰਟਾਂ ਦੇ ਵਿੱਚ ਜਿਹੜਾ ਬੰਦਾ ਮੇਰੇ ਤੇ ਵਧੀਕੀ ਕਰੇ ਉਸ ਗੱਲ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਕੀਤਾ ਨਹੀਂ ਜਾ ਸਕਦਾ। ਮੈਂ ਅੱਜ ਆਪਦੀ ਮਰਜ਼ੀ ਦੇ ਮੁਤਾਬਕ ਪ੍ਰੋਗਰਾਮ ਦੀ ਪੇਸ਼ਕਾਰੀ ਕਰੂੰਗਾ। ਮੌਸਮ ਭਾਈ ਇੱਕ ਵਾਰੀ ਪੰਜਾਬ ਦੇ ਵਿੱਚ ਫੇਰ ਖਰਾਬ ਹੋਈ ਜਾਂਦਾ। ਅੱਛਾ ਜੀ, ਤੁਸੀਂ ਨਹੀਂ ਬੋਲਣਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਜੀ ਕਿ ਮੀਂਹ ਪੈਣ ਦੀ ਫੇਰ ਸੰਭਾਵਨਾ ਆਉਂਦੇ 48 ਘੰਟਿਆਂ ਦੇ ਵਿੱਚ। ਕੱਲ ਪੰਜਾਬ ਦੇ ਵਿੱਚ ਪੂਰਾ ਦਿਨ ਗਰਮੀ ਬਹੁਤ ਰਹੀ ਹੈ ਜੀ। ਤੁਸੀਂ ਫੇਰ ਨਹੀਂ ਬੋਲਣਾ। ਪੰਜਾਬ ਦੇ ਵਿੱਚ ਕਰੋਨਾ ਜਿਹੜਾ ਉਹ ਲਗਾਤਾਰ ਵੱਧ ਰਿਹਾ। ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ 12 ਮੌਤਾਂ ਦੀ ਖਬਰ ਆ ਗਈ ਹੈ। ਅੱਛਾ, ਤੁਸੀਂ ਬਿਲਕੁਲ ਨਹੀਂ ਬੋਲਣਾ। ਪੰਜਾਬ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹ ਵੀ ਕਰੋਨਾ ਪੀੜਤ ਹੋ ਗਏ ਆ। ਓਹੋ, ਤੁਸੀਂ ਨਹੀਂ ਬੋਲਣਾ। ਹੋ ਵੀ ਨਹੀਂ ਕਰਨਾ ਤੁਸੀਂ। ਭਾਰਤ ਦੇ ਵਿੱਚ 4 ਦਿਨਾਂ ਦੇ ਵਿੱਚ 1 ਲੱਖ ਦੇ ਕਰੀਬ ਕਰੋਨਾ ਪੀੜਤਾਂ ਦੀ ਗਿਣਤੀ ਵਧੀ ਹੈ। ਹੋ ਤਾਂ ਬਿਲਕੁਲ ਨਹੀਂ ਕਰਨਾ। ਕਹਿਣ ਦਾ ਭਾਵ ਇਹ ਹੈ ਕਿ ਮੌਸਮ, ਕਰੋਨਾ, ਰਾਜਨੀਤੀ ਸਭ ਪਾਸੇ ਬੜੀ ਤਰਥੱਲੀ ਜੀ ਮੱਚੀ ਪਈ ਆ। ਟਾਣਾ ਸਾਹਿਬ ਕੀ ਹਾਲ ਚਾਲ ਨੇ? ਮੇਰਾ ਹਾਲ ਠੀਕ ਆ। ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਬਿਲਕੁਲ ਠੀਕ ਆ ਜੀ। ਬਈ ਮੈਂ ਕਹਿੰਨੀ ਬਾਹਰ ਇੰਨੀ ਗਰਮੀ ਪੁੱਛੋ ਹੀ ਕੁਛ ਨਾ। ਤੇ ਜਦੋਂ ਮੈਂ ਕਿਹਾ ਸੀਗਾ ਤੇ ਉਹਨੂੰ ਵੀ ਗਰਮੀ ਕਹਿੰਦੇ ਲੋਕ। ਨਹੀਂ ਅਸਲ 'ਚ ਤਨਖਾਹ ਮੈਂ ਵੀ ਲੈਣੀ ਆ ਨਾ, ਹਾਜ਼ਰੀ ਤਾਂ ਮੈਂ ਵੀ ਪਵਾਉਣੀ ਆ। ਵਧੀਕੀ ਤੁਸੀਂ ਕੀਤੀ ਸੀ, ਮੈਂ ਨਹੀਂ ਸ਼ੁਰੂਆਤ ਕੀਤੀ। ਟਾਣਾ ਸਾਹਿਬ ਕਿੰਨੇ ਦਿਨ ਹੋ ਗਏ ਸੀ ਇਸ ਵਧੀਕੀ ਨੂੰ ਕੀਤਿਆਂ, ਹਨਾ? ਮੈਂ ਕੁਛ ਕਹਿ ਲੋ ਮਿਸ ਕਰ ਰਹੀ ਸੀ ਕੁਛ ਚੀਜ਼। ਮੈਨੂੰ ਮੈਂ ਹਲੇ ਬੋਲ ਕੇ ਹਟੀ। ਹਾਂ, ਮੈਨੂੰ ਇਉਂ ਲੱਗਦਾ ਸੀ ਵੀ ਕੋਈ ਚੀਜ਼ ਰਹਿ ਗਈ ਹੈ ਬਾਕੀ। ਮੈਂ ਉਹੀ ਕਹਿਣ ਲੱਗੀ ਸੀ ਮੈਨੂੰ ਐ ਲੱਗ ਰਿਹਾ ਸੀ ਕੁਛ ਕਮੀ ਹੈ ਤੇ ਉਹ ਕਮੀ ਅੱਜ ਮੈਂ ਪੂਰੀ ਕਰ ਲਈ ਤੇ ਹੁਣ ਮਤਲਬ ਠੀਕ ਆ। ਮੈਂ ਵਧੀਆ ਮਹਿਸੂਸ ਕਰ ਰਹੀ। ਖੁਰਾਕ ਮਿਲ ਗਈ, ਕਹਿਣ ਦਾ ਭਾਵ ਪੂਰੀ ਖੁਰਾਕ ਮਿਲ ਗਈ ਟਾਣਾ ਸਾਹਿਬ। ਸੋ ਆਪਾਂ ਬਾਕੀ ਕੰਮ ਤਾਂ ਕਰ ਲਏ ਨੇ, ਮੌਸਮ ਵੀ ਤੁਸੀਂ ਦੱਸਤਾ, ਬਾਕੀ ਵੀ ਗੱਲਾਂ ਹੋ ਗਈਆਂ। ਹੁਣ ਚੱਜ ਦਾ ਵਿਚਾਰ ਸਾਂਝਾ ਕਰ ਲਈਏ। ਦੇਖੋ, ਚੱਜ ਦਾ ਵਿਚਾਰ ਇਹ ਹੈ ਕਿ ਕਲਮ ਨਾਲੋਂ ਵੱਡੀ ਤਾਕਤ ਕੋਈ ਵੀ ਨਹੀਂ। ਬਿਲਕੁਲ, ਕਲਮ ਨਾਲੋਂ ਵੱਡੀ ਤਾਕਤ ਕੋਈ ਵੀ ਨਹੀਂ। 2 ਰੋਟੀਆਂ ਘੱਟ ਖਾਓ ਪਰ ਆਪਦੇ ਨਿਆਣੇ ਜ਼ਰੂਰ ਪੜਾਓ। ਵਾਹ, ਕੀ ਬਾਤ ਹੈ। ਗੱਲ ਇਹ ਹੈ ਵੀ ਰੋਟੀ ਘੱਟ ਖਾ ਕੇ ਗੁਜ਼ਾਰਾ ਕਰ ਲਓ ਪਰ ਤੁਸੀਂ ਨਾ ਨਿਆਣੇ ਜ਼ਰੂਰ ਪੜਾਇਆ ਕਰੋ। ਨਿਆਣਿਆਂ ਨੂੰ ਵੱਧ ਤੋਂ ਵੱਧ ਪੜਾਓ। ਨਿਆਣਿਆਂ ਦੇ ਵਿਆਹ ਦਾ ਫਿਕਰ ਘੱਟ ਕਰੋ ਵੀ ਭਾਈ 10 ਲੱਖ ਵਿਆਹ ਤੇ ਲਾਉਣਾ, 15 ਲੱਖ ਵਿਆਹ ਤੇ ਲਾਉਣਾ, 5 ਲੱਖ ਵਿਆਹ ਤੇ ਲਾਉਣਾ। ਇਸ ਗੱਲ ਦਾ ਫਿਕਰ ਕਰਿਆ ਕਰੋ ਵੀ ਨਿਆਣਿਆਂ ਨੂੰ ਵੱਧ ਤੋਂ ਵੱਧ ਪੜਾਉਣਾ। ਜਿੰਨੀ ਵੀ ਤੁਹਾਡੀ ਪੁੱਜਤ ਹੈਗੀ ਆ ਤੇ ਵਿਆਹ ਉਹ ਆਪੇ ਕਰਵਾ ਲੈਣ ਜਾਂ ਚੁੰਨੀ ਚੜਾਉਣ ਵਾਲਾ ਕਰਵਾਓ ਤੇ ਜਾਂ ਜਿਵੇਂ ਮਰਜ਼ੀ ਕਰਵਾਓ, ਉਹ ਤੁਹਾਡੇ ਪਰਿਵਾਰਕ ਮਸਲੇ ਆ। ਪਰ ਵਿਆਹਾਂ ਦੇ ਉੱਤੇ ਖਰਚ ਨਾ ਕਰੋ, ਜਿੱਥੇ ਕਰਨਾ ਉੱਥੇ ਕਰੋ। ਬਿਲਕੁਲ ਸਹੀ, ਵਿਆਹ ਤਾਂ ਹੋ ਹੀ ਜਾਣਾ ਹੁੰਦਾ ਟਾਣਾ ਸਾਹਿਬ, ਇਸ ਲਈ ਪੜ੍ਹਨਾ ਜ਼ਿਆਦਾ ਜ਼ਰੂਰੀ ਹੈ। ਪੜ੍ਹੋ। ਵੈਸੇ ਵੀ ਕਹਿੰਦੇ ਹੁੰਦੇ ਆ ਵੀ ਜੇ ਮੈਂ ਔਰਤਾਂ ਦੀ ਗੱਲ ਕਰਾਂ, ਕੁੜੀ ਦੀ ਗੱਲ ਕਰਾਂ ਇੱਕ ਦੀ, ਤੇ ਜੇ ਇੱਕ ਔਰਤ ਪੜ੍ਹ ਜੇ ਤਾਂ ਪੂਰਾ ਪਰਿਵਾਰ ਪੜ੍ਹ ਜਾਂਦਾ ਹੈ। ਸੋ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ, ਵੱਧ ਤੋਂ ਵੱਧ ਕਿਤਾਬਾਂ ਦੇ ਨਾਲ ਸਹੇਲਪੁਣਾ ਪਾਉਣਾ ਚਾਹੀਦਾ ਹੈ ਨਾ। ਸੋ ਆਪਾਂ ਹੁਣ ਮੇਰੇ ਵਾਲੇ ਚਾਹੀਦੇ ਵਿਚਾਰ ਤੇ ਆਈਏ। ਹਿੰਦੀ ਦੇ ਵਿੱਚ ਹੈ ਇਹ 17 ਮੈਂ ਪੜ੍ਹੀਆਂ, ਮੈਨੂੰ ਚੰਗੀਆਂ ਲੱਗੀਆਂ। ਸੋ ਪੇਸ਼ ਕਰਾਂ ਹੁਣ? ਆਉਣ ਦਿਓ। ਕਹਿੰਦੇ ਕਿ ਫਾਸਲੇ बढ़ा लिए तुमने, फासले बढ़ा लिए हैं तुमने, मैंने दीवारें पक्की कर ली, मैंने दीवारें पक्की कर ली। और केएस मक्खन का मुझे गाना याद आ गया, कच्चियां कंधा न टपोए कोई तोमत लाजू। ਮੈਂ ਕਹੀ ਜਾਨੀ ਦीवारां ਪੱਕੀਆਂ ਕਰ ਲਿਆ, ਤੁਸੀਂ ਕਹੀ ਜਾਨੇ ਕੱਚੀਆਂ ਕੰਧਾਂ ਨਾ ਟੱਪਵੇ। ਮੈਂ ਆਪਣੇ ਵਿਰਸੇ ਨਾਲ ਜੁੜਿਆ ਹੋਇਆ ਬੰਦਾ। ਮੈਂ ਪੰਜਾਬ ਦੇ ਅਤੀਤ ਦੇ ਵੱਲ ਝਾਤ ਮਾਰਦਾ। ਕੱਚੀਆਂ ਕੰਧਾਂ ਅਜੇ ਵੀ ਸਾਡੇ ਫਰੀਦਕੋਟ ਦੇ ਵੱਲ ਵਿਰਲੀਆਂ ਟਾਵੀਆਂ ਹੈਗੀਆਂ। ਬੀੜ ਸਿੱਖਾਂ ਵਾਲੇ ਦੇ ਵਿੱਚ ਜੇਕਰ ਜਾਗੇ ਉੱਥੇ ਕੱਚੀਆਂ ਕੰਧਾਂ ਮਿਲ ਜਾਂਦੀਆਂ। ਇੱਕ ਵੇਲਾ ਸੀਗਾ ਜਦੋਂ ਕੱਚੀਆਂ ਕੰਧਾਂ ਤੋਂ ਲਿਉੜ ਡਿੱਗਦੇ ਸੀਗੇ। ਜਦੋਂ ਆ ਸੌਣ ਭਾਦੋ ਦਾ ਮਹੀਨਾ ਸ਼ੁਰੂ ਹੁੰਦਾ ਨਾ, ਕੰਧਾਂ ਨੇ ਖੁਰਨਾ ਸ਼ੁਰੂ ਹੋ ਜਾਣਾ। ਔਰਤਾਂ ਨੇ ਗੋਹਾ ਮਿੱਟੀ ਆ ਜਿਹੜਾ ਉਹਦਾ ਪ੍ਰਬੰਧ ਕਰਨਾ। ਉਹਨਾਂ ਨੇ ਕੰਧਾਂ ਨੂੰ ਲਿਪਣਾ ਪੋਚਣਾ, ਸੋਹਣੀਆਂ ਬਣਾਉਣੀਆਂ, ਉੱਤੇ ਮੋਰ ਘੁੱਗੀਆਂ ਬਣਾਉਣੀਆਂ। ਹਾਂ, ਆਪਾਂ ਇਹੀ ਗੱਲਾਂ ਕਰ ਲਈਏ। ਮੇਰਾ ਚਾਹੀਦਾ ਵਿਚਾਰ ਰਹਿਣ ਦਿੰਦੇ ਆ। फासले बढ़ा लिए हमने। फासले बढ़ाਉਣ ਦੀ ਗੱਲ ਕਰੀ ਜਾਨੀ ਟਾਣਾ ਸਾਹਿਬ, ਤੁਸੀਂ ਕਿੱਧਰ ਨੂੰ ਤੁਰ ਪਏ? ਹੋਇਆ ਕੀ ਤੁਹਾਨੂੰ? ਸ਼ੁਰੂਆਤ ਕਿਹਨੇ ਕੀਤੀ ਸੀ? ਮੈਂ ਕੋਈ ਵਧੀਕੀ ਕਿਹਨੇ ਕੀਤੀ ਸੀ? फासले बढ़ा लिए तुमने, मैंने दीवारें पक्की कर ली, मैंने दीवारें पक्की कर ली। एक छोटी सी हाँ गलतफहमी ने देखो कितनी तरक्की कर ली। एक छोटी सी गलतफहमी ने देखो कितनी तरक्की कर ली। ਕਹਿਣ ਦਾ ਭਾਵ ਇਹ ਹੈ ਵੀ ਗਲਤਫਹਿਮੀਆਂ ਮਨ ਦੇ ਵਿੱਚ ਨਹੀਂ ਪਾਲਣੀਆਂ ਚਾਹੀਦੀਆਂ। ਗਲਤਫਹਿਮੀ ਜੇ ਨਿੱਕੀ ਜਿਹੀ ਵੀ ਹੋਵੇ ਨਾ ਤੇ ਉਹ ਹੌਲੀ ਹੌਲੀ ਜਦੋਂ ਤੱਕ ਤੁਸੀਂ ਉਹਨੂੰ ਜੇਕਰ ਸ਼ੁਰੂਆਤ ਦੇ ਵਿੱਚ ਹੀ ਕਹਿੰਦੇ ਹੁੰਦੇ ਆ ਵੀ ਜੇ ਉਹ ਗਲਤਫਹਿਮੀ ਦੂਰ ਕਰ ਲਈ ਜਾਵੇ ਤੇ ਫਿਰ ਤੁਸੀਂ ਜ਼ਰੂਰ ਜ਼ਿੰਦਗੀ ਦੇ ਵਿੱਚ ਅੱਗੇ ਨਿਕਲ ਜਾਂਦੇ ਹੋ। ਪਰ ਜੇ ਤੁਸੀਂ ਉਸ ਗਲਤਫਹਿਮੀ ਨੂੰ ਇਹ ਸੋਚੋ ਵੀ ਛੋਟੀ ਜਿਹੀ ਗਲਤਫਹਿਮੀ ਹੈ ਤੇ ਉਹ ਹੌਲੀ ਹੌਲੀ ਸਮਾਂ ਪਾ ਕੇ ਬਹੁਤ ਵੱਡੀ ਬਣ ਜਾਂਦੀ ਹੈ ਤੇ ਫਿਰ ਇਨਸਾਨਾਂ ਦੇ ਵਿੱਚ ਫਾਸਲੇ ਹੋ ਜਾਂਦੇ। ਹੰਕਾਰ ਦਾ ਪੱਧਰ ਇਸ ਹੱਦ ਤੱਕ ਉੱਪਰ ਨੂੰ ਪਹੁੰਚ ਗਿਆ ਕਿ ਹਰ ਇੱਕ ਇੱਟ ਇਹ ਸੋਚ ਰਹੀ ਹੈ ਕਿ ਕੰਧ ਮੇਰੇ ਸਿਰ ਤੇ ਖੜੀ ਆ। ਵਾਹ, ਜਦ ਕਿ ਇੱਟ ਦੇ ਨਾਲ ਇੱਟ ਜੁੜੇ, ਦਰਜ ਦੇ ਵਿੱਚ ਦਰਜ ਭਰੀ ਜਾਵੇ, ਕੰਧ ਤਾਂ ਖੜਦੀ ਆ। ਕਹਿੰਦੇ ਨਾ ਟਟੀਰੀ ਨੂੰ ਐ ਲੱਗਦਾ ਵੀ ਮੈਂ ਖੰਭਾਂ ਤੇ ਅਸਮਾਨ ਚੱਕਿਆ ਹੋਇਆ। ਖੰਭਾਂ ਤੇਰੇ ਲੱਤਾਂ ਤੇ, ਖੰਭਾਂ ਤੇ। ਉਹ ਮੇਰੇ ਵੀਰ ਤੁਹਾਨੂੰ ਪਤਾ ਹੀ ਨਹੀਂਗਾ। ਸਾਡੇ ਤਾਂ ਖੰਭਾਂ ਤੇ ਹੁੰਦਾ। ਖੰਭਾਂ ਦੇ ਉੱਤੇ ਖੜਾ, ਤੁਸੀਂ ਇੱਥੇ ਚੰਦਰਯਾਨ ਚੱਕ ਲਿਆ। ਟਾਣਾ ਸਾਹਿਬ ਉਹ ਖੰਭਾਂ ਦੇ ਸਾਰੇ ਉੜਦੀ ਆ। ਉਹ ਨਹੀਂ ਮੇਰੇ ਵੀਰ ਜੀ, ਇਹ ਆ ਵੀ ਟਟੀਰੀ ਆ ਨਾ ਜਿਹੜੀ, ਉਹ ਹਮੇਸ਼ਾ ਇਹ ਸੋਚ ਰਹੀ ਹੈ ਵੀ ਮੇਰੀਆਂ ਲੱਤਾਂ ਦੇ ਉੱਤੇ ਅਸਮਾਨ ਖੜਾ।
ਆ ਖੰਭਾਂ ਦੇ ਉੱਤੇ ਐ ਕਰਕੇ ਪਤਾ ਨਹੀਂ ਕੀ ਖੜ ਜਾਊਗਾ। ਨਹੀਂ ਉਹ ਚੁੱਪ ਕਰੋ, ਵਕਫਾ ਲਓ। ਰਾਣਾ ਸਾਹਿਬ ਅੱਜ ਕੱਲ ਇੱਕ ਨਾਮ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਦੇਖੋ ਵੱਖ-ਵੱਖ ਸਮਿਆਂ ਦੇ ਉੱਤੇ ਵੱਖੋ ਵੱਖਰੇ ਨਾਂ ਸੁਰਖੀਆਂ ਦੇ ਵਿੱਚ ਆਉਂਦੇ ਆ ਜੀ। ਸੁਰਖੀਆਂ ਦੇ ਵਿੱਚ ਰਹਿਣ ਲਈ ਬੰਦਾ ਕੀ ਨਹੀਂ ਕਰਦਾ, ਰਾਜਨੀਤੀ ਕਰਦਾ, ਪਾਰਟੀਆਂ ਦੇ ਵਿੱਚ ਛੜੱਪਾ ਮਾਰ ਕੇ ਇੱਕ ਤੋਂ ਦੂਜੀ ਵਿੱਚ ਜਾਂਦਾ, ਬੰਦਾ ਪੁੱਠੇ ਸਿੱਧੇ ਕੰਮ ਕਰਦਾ, ਗਾਉਣ ਵਾਲੇ ਜਾਣਬੁੱਝ ਕੇ ਵਿਵਾਦ ਸਿਹੜਦੇ ਆ। ਇਹ ਸਾਰਾ ਕੁਝ ਤਾਂ ਹੁੰਦਾ ਬੰਦਾ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦਾ। ਪਰ ਜਿਹੜੀਆਂ ਇਹ ਸੁਰਖੀਆਂ ਨਾ ਇਹ ਚੰਗੇ ਕੰਮ ਦੀਆਂ ਬਣਨੀਆਂ ਚਾਹੀਦੀਆਂ। ਗਲਤ ਕੰਮ ਦੀ ਬਣੀ ਹੋਈ ਸੁਰਖੀ ਤੁਹਾਨੂੰ ਭਵਿੱਖ ਦੇ ਵਿੱਚ ਸਥਾਈ ਪਛਾਣ ਨਹੀਂ ਦਿੰਦੀ। ਆਪਾਂ ਅੱਜ ਵਾਕਾਂ ਵਿੱਚ ਵਰਤੋਂ ਕਰ ਰਹੇ ਹਾਂ। ਕੀ ਹੋਇਆ ਕਿ ਮਤਲਬ ਮੈਂ ਇੱਕ ਲਫ਼ਜ਼ ਬੋਲਾਂ ਤੁਸੀਂ ਉੱਤੇ 15 ਮਿੰਟ ਲਾਉਣੇ ਨੇ, ਫਿਰ ਮੈਂ ਇੱਕ ਲਫ਼ਜ਼ ਬੋਲਾਂ ਫਿਰ 15 ਮਿੰਟ ਲਾਉਣੇ ਨੇ। ਇਹ ਵਾਕਾਂ ਵਿੱਚ ਵਰਤੋਂ ਥੋੜੀ ਖੇਡ ਰਹੇ ਆਪਾਂ। ਮੈਂ ਤਾਂ ਗੱਲ ਦਾ ਵਿਸਥਾਰ ਦਿੱਤਾ। ਇੰਨਾ ਵੀ ਵਿਸਥਾਰ ਨਾ ਦੋ ਵੀ ਗੱਲ ਹੀ ਪਿੱਛੇ ਰਹਿ ਜਾ ਤਾਂ ਸੁਰਖੀਆਂ ਵੱਲ ਨੂੰ ਸਾਰੇ ਚੱਲ ਜਾਣ। ਗੱਲ ਸੁਣਾਓ, ਤੁਸੀਂ ਗੱਲ ਸੁਣਾਓ। ਹਾਲੇ ਤਾਂ ਮੈਂ ਸ਼ੁਕਰ ਮਨਾਉਣੀ ਤੁਸੀਂ ਸੁਰਖੀ ਬਿੰਦੀ ਤੇ ਨਹੀਂ ਆ ਗਏ। ਤੁਸੀਂ ਕਹਿਣਾ ਸੀ ਇੱਕ ਸੁਰਖੀ ਬਿੰਦੀ ਗੁਰਨਾਮ ਭੁੱਲਰ ਦੀ ਫਿਲਮ ਆਈ ਸੀ, ਇਹ ਫਿਲਮ ਠੀਕ ਰਹਿ ਗਈ ਤੇ ਗੁਰਨਾਮ ਭੁੱਲਰ ਨੂੰ ਪਿਛਲੇ ਦਿਨੀ ਰਾਜਪੁਰੇ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤਾ। ਕਹਿੰਦੇ ਆ ਵੀ ਉਹਨੇ ਨਿਯਮਾਂ ਦੀ ਉਲੰਘਣਾ ਕੀਤੀ। ਜਿੱਥੇ ਉਹ ਸ਼ੂਟਿੰਗ ਕਰਦਾ ਸੀਗਾ ਨਾ ਉੱਥੇ ਮਾਸਕ ਪਹਿਨਿਆ ਕਿਸੇ ਨੇ, ਨਾ ਉੱਥੇ ਸਰੀਰਕ ਦੂਰੀ ਦਾ ਪਾਲਣ ਕੀਤਾ ਕਿਸੇ ਨੇ। ਹੁਣ ਵੈਸੇ ਉਹਨੂੰ ਜ਼ਮਾਨਤ ਮਿਲ ਗਈ ਆ। ਜੀ ਹੁਣ ਆਪਾਂ ਸੁਰਖੀਆਂ ਦੀ ਗੱਲ ਕਰੀਏ। ਜਿਹੜੀਆਂ ਸੁਰਖੀਆਂ ਦੀ ਮੈਂ ਗੱਲ ਕਰ ਰਹੀ ਸੀ, ਕਹਿੰਦੇ ਅੱਜ ਕੱਲ ਇੱਕ ਨਾਮ ਸੁਰਖੀਆਂ ਦੇ ਵਿੱਚ ਫਿਰ ਤੋਂ ਆ ਗਿਆ। ਇਹ ਉਹ ਨਾਮ ਹੈ ਜਿਹਨੇ ਕੀ ਕਵਾਂ ਮੈਂ, ਤੁਸੀਂ ਉਹੀ ਕਹਿ ਦੇਣਾ ਵੈਸੇ ਜੋ ਵੀ ਰਹਿੰਦਾ ਖੁੰਦਾ, ਕਿਉਂਕਿ ਇਹ ਨਾਮ ਹੈ ਕਿਰਨ ਬਾਲਾ। ਇਹ ਉਹ ਬੀਬੀ ਜਿਹੜੀ ਪਾਕਿਸਤਾਨ ਗਈ ਸੀ ਜੱਥੇ ਦੇ ਨਾਲ ਤੇ ਉਸ ਵਾਰ ਉੱਧਰ ਹੀ ਰਹਿ ਗਈ ਸੀ ਤੇ ਕਹਿੰਦੀ ਸੀ ਭਾਰਤ ਦੇ ਵਿੱਚ ਮੇਰਾ ਕੋਈ ਨਹੀਂ ਹੈਗਾ, ਨਾ ਮੇਰੇ ਕੋਈ ਬੱਚੇ ਨੇ ਤੇ ਨਾ ਮੇਰਾ ਸਹੁਰਾ ਪਰਿਵਾਰ ਚੰਗਾ ਹੈ ਤੇ ਨਾ ਮੈਂ ਉੱਥੇ ਵਾਪਸ ਜਾਣਾ, ਤੇ ਫਿਰ ਉੱਥੇ ਹੀ ਵਸ ਗਈ ਸੀ। ਹੁਣ ਫਿਰ ਤੋਂ ਇਹ ਨਾਂ ਜਿਹੜਾ ਸੁਰਖੀਆਂ ਦੇ ਵਿੱਚ ਆਇਆ। ਕਿਰਨ ਬਾਲਾ ਦਾ ਰੌਲਾ ਪੈ ਗਿਆ ਸੀ ਬਾਲਾ ਜੀ, ਕਿਉਂਕਿ ਇਹਨੇ ਪੰਗਾ ਹੀ ਇਹੋ ਜਿਹਾ ਪਾਇਆ ਸੀਗਾ। ਦੇਖੋ ਹਰ ਬੰਦੇ ਦੀ ਆਪਣੀ ਮਰਜ਼ੀ ਆ, ਉਹਨੇ ਜ਼ਿੰਦਗੀ ਕਿਹਦੇ ਨਾਲ ਗੁਜ਼ਾਰਨੀ ਹੈ। ਪਰ ਜਿਹੜੇ ਤੁਹਾਡੇ ਢਿੱਡੋਂ ਜੰਮੇ ਨਿਆਣੇ ਆ ਜੀ ਉਹ ਵੀ ਤਾਂ ਤੁਹਾਡੇ ਹੀ ਆ। ਬੰਦੇ ਨੂੰ ਇੰਨਾ ਵੀ ਢੀਠ ਜਿਹਾ ਨਹੀਂ ਹੋਣਾ ਚਾਹੀਦਾ ਵੀ ਭਾਈ ਜਿਹੜੇ ਆਪਦੇ ਨਿਆਣੇ ਜਣੇ ਆ ਉਹਨਾਂ ਨੂੰ ਅਸੀਂ ਭੁੱਲ ਕੇ ਤੇ ਆਪਦੀ ਰਾਸ ਲੀਲਾ ਹੋਰ ਹੀ ਕੁਝ ਛੇੜ ਕੇ ਬਹਿ ਜਾਈਏ। ਬਿਲਕੁਲ ਸਹੀ। ਇਹ ਬੀਬੀ ਹੈ ਜਿਹੜੀ ਗੜ ਸ਼ੰਕਰ ਦੀ, ਇਹਦੀ ਮਰਜ਼ੀ ਆ। ਇਹ ਜਥੇ ਦੇ ਵਿੱਚ ਗਈ ਪਾਕਿਸਤਾਨ ਦੇ ਵੱਲ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ, ਉੱਥੇ ਫੁਰ ਹੋ ਗਈ। ਉੱਥੇ ਕਰਵਾਇਆ ਇਹਨੇ ਨਿਕਾਹ ਤੇ ਕਿਸੇ ਦੀ ਹੋ ਗਈ। ਪਰ ਇਹਨੇ ਪੂਰਾ ਨਹੀਂ ਸੋਚਿਆ ਵੀ ਮੇਰੇ 3 ਨਿਆਣੇ ਵੀ ਆ। ਉਹਨਾਂ ਬਾਰੇ ਸੋਚ ਕੇ ਜਾਂਦੀ, ਲੱਖ ਵਾਰੀ ਜਾਂਦੀ। ਪਰ ਹੁਣ ਜਿਹੜਾ ਬਜ਼ੁਰਗ ਹੈਗਾ ਇਹਨਾਂ ਨਿਆਣਿਆਂ ਦਾ ਦਾਦਾ ਜਿਹੜਾ ਤਰਸੇਮ ਸਿੰਘ ਜਿਹੜਾ ਕਿ ਪਾਠੀ ਸਿੰਘ ਆ, ਉਹਨੇ ਹੁਣ ਸਰਕਾਰ ਦੇ ਕੋਲੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸ਼੍ਰੋਮਣੀ ਕਮੇਟੀ ਦੇ ਕੋਲੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਉਹ ਕਹਿੰਦਾ ਵੀ ਮੇਰਾ ਪੁੱਤ ਪਹਿਲਾਂ ਮੁੱਕ ਗਿਆ ਸੀ ਤੇ ਨੂੰਹ ਨੇ ਮੇਰੀ ਨੇ ਸਿਰ ਦੇ ਵਿੱਚ ਸੁਆਹ ਪਵਾਤੀ, ਸਾਡੇ ਬਦਨਾਮੀ ਸਾਡੀ ਰੱਜ ਕੇ ਹੋ ਗਈ ਆ। ਉਹ ਹੁਣ ਆਉਣਾ ਨਹੀਂ ਉਹਨੇ ਤੇ ਨਾ ਅਸੀਂ ਉਹਨੂੰ ਹੁਣ ਸੱਦਦੇ ਆ। ਪਰ ਗੱਲ ਇਹ ਆ ਵੀ ਇਹਨਾਂ 3 ਨਿਆਣਿਆਂ ਨੂੰ ਮੈਂ ਚੋਗਾ ਕਿੱਥੋਂ ਲਿਆ ਕੇ ਦੇਵਾਂ। ਬਿਲਕੁਲ ਸਹੀ। ਮੈਂ ਆਪ ਬੁੱਢਾ ਠੇਰਾ। ਹੁਣ ਜਦੋਂ ਤਾਲਾਬੰਦੀ ਦੇ ਕਰਕੇ ਪਾਠ ਕਿਤੇ ਹੁੰਦਾ ਨਹੀਂ ਜਾਂ ਬਹੁਤ ਘੱਟ ਧਾਰਮਿਕ ਸਮਾਗਮ ਹੁੰਦੇ ਆ ਤਾਂ ਸਾਡਾ ਰੋਟੀ ਟੁੱਕ ਬਿਲਕੁਲ ਬੰਦ ਹੋਇਆ ਪਿਆ। ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਜੀ ਕਿ ਮੇਰੇ ਜਿਹੜੇ ਨਿੱਕੇ ਨਿਆਣੇ ਇਹ ਮੇਰੇ ਪੋਤੇ ਪੋਤੀਆਂ ਇਹਨਾਂ ਦੇ ਬਾਬਤ ਸੋਚਿਆ ਜਾਵੇ। ਉਹਨੇ ਤਾਂ ਚੰਦ ਚਾੜਤਾ ਤੇ ਜਿਹੜੇ ਲੋਕ ਇੱਥੇ ਵਸਦੇ ਆ ਇਹ ਮੇਰੀ ਮਾੜੀ ਮੋਟੀ ਮਦਦ ਕਰਨ ਜੀ। ਵੈਸੇ ਟਾਣਾ ਸਾਹਿਬ ਜਿਹੜੇ ਲੋਕ ਸਰਦੇ ਪੁੱਜਦੇ ਨੇ ਉਹਨਾਂ ਨੂੰ ਮਦਦ ਕਰਨੀ ਵੀ ਚਾਹੀਦੀ ਹੈ। ਇਕੱਲੇ ਇਸ ਪਰਿਵਾਰ ਦੀ ਨਹੀਂ, ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ। ਆਪਾਂ ਆਪਣੇ ਪਿੰਡ ਵਿੱਚ ਹੀ ਜੇ ਝਾਤ ਮਾਰ ਕੇ ਵੇਖੀਏ ਤਾਂ ਉੱਥੇ ਵੀ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਉੱਪਰ ਇਸ ਤਾਲਾਬੰਦੀ ਨੇ ਬਹੁਤ ਡੂੰਘਾ ਅਸਰ ਛੱਡਿਆ, ਜਿਨ੍ਹਾਂ ਦੀਆਂ ਨੌਕਰੀਆਂ ਚਲੇ ਗਈਆਂ, ਜਿਨ੍ਹਾਂ ਦੇ ਪੀਪਿਆਂ 'ਚੋਂ ਆਟਾ ਮੁੱਕ ਗਿਆ ਇਸ ਤਾਲਾਬੰਦੀ ਦਾ ਕਰਕੇ। ਸੋ ਮੈਨੂੰ ਲੱਗਦਾ ਵੀ ਸਾਨੂੰ ਵੀ ਸਾਰਿਆਂ ਨੂੰ ਆਪਣੇ ਪੱਧਰ ਦੇ ਉੱਪਰ ਉਹਨਾਂ ਲੋਕਾਂ ਦੀ ਵੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਦੇਖੋ ਇੱਕ ਗੱਲ ਇਹਦੇ ਵਿੱਚ ਮੈਂ ਹੋਰ ਕਹਿਣੀ ਚਾਹੁੰਦਾ ਕਿ ਅਸੀਂ ਜਿਹੜੇ ਪੰਜਾਬੀ ਆ ਨਾ, ਸਾਡਾ ਵੱਡਾ ਹਿੱਸਾ ਗੈਰ ਜ਼ਿੰਮੇਵਾਰ ਆ। ਬਿਲਕੁਲ ਵਾਰ-ਵਾਰ ਨਾ ਮੈਨੂੰ ਇਹ ਗੱਲ ਤਾਂ ਕਹਿਣੀ ਅੱਜ ਕੱਲ ਪੈ ਰਹੀ ਆ ਕਿਉਂਕਿ ਮੈਂ ਆਲੇ ਦੁਆਲੇ ਦੇਖਦਾ ਜਦੋਂ ਗੈਰ ਜ਼ਿੰਮੇਵਾਰੀ ਤੋਂ ਬਿਨਾਂ ਸਾਡੇ ਪੱਲੇ ਕੁਛ ਨਹੀਂਗਾ। ਅਸੀਂ ਉਦੋਂ ਤਾਂ ਲੜਦੇ ਆ, ਉਦੋਂ ਕਲਪਦੇ ਆ, ਉਦੋਂ ਖਪਦੇ ਆ ਜਦੋਂ ਸਾਨੂੰ ਸਾਡੇ ਹੱਕ ਨਹੀਂ ਮਿਲਦੇ। ਪਰ ਜਦੋਂ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਦੀ ਗੱਲ ਆਉਂਦੀ ਆ ਉਦੋਂ ਕਹਿੰਦੇ ਨੇ ਆਪੇ ਉਹ ਕਰੂਗਾ। ਇੱਕ ਪਾਸੇ ਗੋਰੇ ਆ, ਇੱਕ ਪਾਸੇ ਹੋਰ ਦੇਸ਼ਾਂ ਦੇ ਵਾਸੀ ਆ। ਜੇਕਰ ਕੋਈ ਮੂਰਲਾ ਬੰਦਾ ਗੰਦ ਪਾਉਂਦਾ ਜਾਂਦਾ ਨਾ ਤਾਂ ਮਗਰਲਾ ਬੰਦਾ ਚੱਕਦਾ ਜਾਂਦਾ। ਆਪਣੇ ਇੱਥੇ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਜੇ ਮੂਰਲਾ ਗੰਦ ਪਾਉਂਦਾ ਜਾਂਦਾ ਨਾ ਆਪਾਂ ਕਹਿੰਦੇ ਮੈਂ ਵੀ ਪਾਉਣਾ, ਮੇਰੇ ਨਾਲ ਕੀ ਫਰਕ ਪੈਂਦਾ, ਉਹ ਵੀ ਤਾਂ ਪਾ ਕੇ ਗਿਆ ਹੀ ਆ। ਸੋ ਅਸੀਂ ਇਹੋ ਜਿਹੇ ਲੋਕ ਆ। ਅਸੀਂ ਫਿਰ ਮੈਂ ਗੱਲ ਕਹਿਣਾ ਵੀ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੇ ਆਪ ਨੂੰ ਸਵਾਲ ਕਰਨਾ ਸਿੱਖੀਏ ਕਿ ਮੈਂ ਜਦੋਂ ਤੋਂ ਜੰਮਿਆ, ਜਦੋਂ ਤੋਂ ਮੈਂ ਹੋਸ਼ ਸੰਭਾਲੀ ਆ, ਕੀ ਮੈਂ ਮਨੁੱਖ ਹੋਣ ਦੇ ਫਰਜ਼ ਪੂਰੇ ਕੀਤੇ ਆ? ਕੀ ਮੈਂ ਆਪਣੇ ਆਲੇ ਦੁਆਲੇ ਦੇ ਲਈ ਕੁਝ ਕੀਤਾ? ਕੀ ਮੈਂ ਸਿਰਫ ਤੇ ਸਿਰਫ ਉਲਾਭੇ ਹੀ ਦਿੱਤੇ ਆ ਜਾਂ ਮੈਂ ਆਪਣੇ ਆਪ ਨੂੰ ਸਵਾਲ ਕਰਕੇ ਪੁੱਛਾਂ ਵੀ ਮੈਂ ਲੋਕਾਂ ਦੇ ਲਈ ਕੋਈ ਮਦਦ ਵਾਸਤੇ ਵਿਚਾਰਾ ਵੀ ਕੀਤਾ ਹੈਗਾ? ਸੋ ਜਿੰਨੀ ਦੇਰ ਤੱਕ ਪੰਜਾਬੀ ਆਪਣੀ ਜ਼ਿੰਮੇਵਾਰੀ ਨਹੀਂ ਨਾ ਸਮਝਦੇ ਕੁਝ ਨਹੀਂ ਬਣਨਾ। ਮੈਨੂੰ ਇਹ ਲੱਗਦਾ ਹੁੰਦਾ ਟਾਣਾ ਸਾਹਿਬ ਕਿ ਇਹ ਸਵਾਲ ਹਰ ਇੱਕ ਨੂੰ ਕਰਨਾ ਚਾਹੀਦਾ ਹੈ, ਚਾਹੇ ਉਹ ਮੈਂ ਆ, ਚਾਹੇ ਤੁਸੀਂ ਹੋ, ਚਾਹੇ ਕੋਈ ਵੀ ਹੈ, ਹਰੇਕ ਨੂੰ ਕਰਨਾ ਚਾਹੀਦਾ ਹੈ। ਤੇ ਦੂਸਰੇ ਬੰਨੇ ਮਦਦ ਦਾ ਮਤਲਬ ਸਿਰਫ ਵਿੱਤੀ ਮਦਦ ਨਹੀਂ ਹੁੰਦੀ ਹੈ ਨਾ। ਵਿੱਤੀ ਕਿਸੇ ਦੇ ਤੁਸੀਂ ਜੇ ਮਦਦ ਕਰਦੇ ਹੋ ਤਾਂ ਬਹੁਤ ਵਧੀਆ ਚੀਜ਼ ਆ, ਪਰ ਕੱਲੀ ਜੇ ਤੁਸੀਂ ਵਿੱਤੀ ਮਦਦ ਨਹੀਂ ਕਰ ਸਕਦੇ ਹੋਰ ਬਹੁਤ ਤਰੀਕੇ ਨੇ।
ਕਿਸੇ ਗਰੀਬ ਦਾ ਨਿਆਣਾ ਪੜ੍ਹਾ ਦਿਓ ਘਰ ਦੇ ਵਿੱਚ ਮੁਫਤ ਦੇ ਵਿੱਚ, ਕਿਸੇ ਦੀ ਕਿਸੇ ਹੋਰ ਤਰੀਕੇ ਨਾਲ ਕੋਈ ਤੁਸੀਂ ਮਦਦ ਕਰ ਦਿਓ। ਸੋ ਮੈਨੂੰ ਲੱਗਦਾ ਵੀ ਜਿੰਨੀ ਕਿਸੇ ਦੀ ਪਹੁੰਚ ਆ ਉਸ ਹਿਸਾਬ ਦੇ ਨਾਲ ਸਾਨੂੰ ਜ਼ਰੂਰ ਅਸੀਂ ਤਮਾਸ਼ਬੀਨ ਨਾ ਬਣੀਏ। ਸਭ ਤੋਂ ਵੱਡੀ ਗੱਲ ਇਹ ਹੈ ਤਮਾਸ਼ਾ ਦੇਖਣਾ ਬੰਦ ਕਰੀਏ ਤੇ ਫੁਕਰਗਰਦੀ ਬੰਦ ਕਰ ਦਈਏ। ਜੇ ਦੋ ਗੱਲਾਂ ਅਸੀਂ ਇਹ ਬੰਦ ਕਰ ਦਈਏ ਨਾ ਸਾਡੇ ਅੱਧੋਂ ਵੱਧ ਮਸਲੇ ਹੱਲ ਹੋ ਜਾਣਗੇ। ਪਰ ਬੜੀ ਦੁੱਖ ਦੀ ਗੱਲ ਹੈ ਵੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਦੋਵੇਂ ਚੀਜ਼ਾਂ ਨਾਲ ਲੈ ਕੇ ਗਏ ਆ। ਹਾਂ, ਹੈ ਨਾ, ਇਹ ਤਾਂ ਗੱਲ ਸੱਚੀ ਆ। ਹਰਮਨ ਜੀ ਪਿਛਲੇ ਦਿਨੀ ਸੂਰੀ ਫੜੀ ਗਈ, ਸੱਚ ਮਾਫ ਕਰਨਾ ਵੀ ਸੂਰੀ ਫੜਿਆ ਗਿਆ ਤੇ ਹੁਣ ਪਤਾ ਲੱਗਾ ਜੀ ਕਿ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜੀ। ਦੇਖੋ ਸੁਧੀਰ ਸੂਰੀ ਦੇ ਬਾਬਤ ਅਸੀਂ ਖਬਰ ਪਿਛਲੇ ਦਿਨੀ ਵੀ ਸਾਂਝੀ ਕੀਤੀ ਸੀ ਕਿ ਉਸ ਬੰਦੇ ਨੇ ਬਹੁਤ ਵਾਰ ਅੱਗ ਉਗਲੀ ਆ ਜੀ ਤੇ ਉਹਨੂੰ ਅੱਗ ਉਗਲਣ ਦੇ ਕਰਕੇ ਸਨਮਾਨ ਦੇ ਰੂਪ ਦੇ ਵਿੱਚ ਗਨਮੈਨ ਸੁਰੱਖਿਆ ਕਰਮਚਾਰੀ ਦਿੱਤੇ ਗਏ ਆ ਜੀ। ਜਦ ਕਿ ਚਾਹੀਦਾ ਇਹ ਹੈ ਕਿ ਸਜ਼ਾ ਮਿਲੇ ਪਰ ਅਸੀਂ ਉਹਨੂੰ ਸੁਰੱਖਿਆ ਕਰਮਚਾਰੀ ਦਿੰਨੇ ਆ। ਮੈਂ ਉਸ ਦਿਨ ਵੀ ਗੱਲ ਕਹੀ ਸੀ, ਅੱਜ ਫਿਰ ਉਹਨੂੰ ਦੁਹਰਾਉਣੀ ਚਾਹੁੰਦਾ ਵੀ ਸੁਧੀਰ ਸੂਰੀ ਤੇ ਕੁਝ ਕੁ ਹੋਰ ਲੋਕ ਇਹੋ ਜਿਹੇ ਆ ਜਿਹੜੇ ਕਿ ਜਾਣਬੁੱਝ ਕੇ ਕਿਸੇ ਧਰਮ ਦੇ ਉੱਤੇ ਟਿੱਪਣੀ ਕਰਦੇ ਆ, ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਬਤ ਮਾੜਾ ਚੰਗਾ ਬੋਲਦੇ ਆ, ਫਿਰ ਲੋਕ ਧਮਕੀਆਂ ਦਿੰਦੇ ਆ, ਫਿਰ ਸਬੂਤ ਲੈ ਕੇ ਪੁਲਿਸ ਕਮਿਸ਼ਨਰ ਕੋਲ ਜਾਂਦੇ ਆ, ਫਿਰ ਕਹਿੰਦੇ ਜੀ ਸਾਨੂੰ ਸੁਰੱਖਿਆ ਦਿਓ ਤੇ ਸੁਰੱਖਿਆ ਲੈ ਲੈਂਦੇ ਆ। ਹੁਣ ਜਦੋਂ ਇਹਨੇ ਔਰਤਾਂ ਦੇ ਬਾਬਤ ਕਿ NRI ਪੰਜਾਬੀ ਆ ਜਿਹੜੇ ਪ੍ਰਵਾਸੀ ਪੰਜਾਬੀ ਆ ਉਹਨਾਂ ਦੀਆਂ ਜਨਾਨੀਆਂ ਇੱਥੇ ਆ ਤੇ ਭਾਈਆਂ ਨਾਲ ਆਹ ਕਰਦੀਆਂ ਉਹ ਕਰਦੀਆਂ, ਉਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ। ਇਹ ਇੰਦੌਰ ਦੇ ਵੱਲ ਭੱਜ ਗਿਆ, ਪੰਜਾਬ ਦੀ ਪੁਲਿਸ ਨੂੰ ਇੰਦੌਰ ਤੋਂ ਫੜ ਕੇ ਲਿਆਈ ਆ ਤੇ ਫਿਰ ਇਹਨੂੰ ਰਿਮਾਂਡ ਦੇ ਉੱਤੇ ਰੱਖਿਆ ਗਿਆ ਤੇ ਹੁਣ ਇਹਨੂੰ ਨਿਆਇਕ ਹਿਰਾਸਤ ਦੇ ਵਿੱਚ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ 14 ਦਿਨ ਵਾਸਤੇ ਭੇਜ ਦਿੱਤਾ ਗਿਆ। ਚੰਗਾ ਕੀਤਾ। ਮੇਰੇ ਹਿਸਾਬ ਦੇ ਨਾਲ ਤਾਂ ਹੋਰ ਵੀ ਸਖਤ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਸੂਰੀ ਸਾਹਿਬ ਨੂੰ ਕੋਈ ਪੁੱਛਣ ਵਾਲਾ ਹੋਵੇ, ਵੈਸੇ ਤਾਂ ਸਾਹਿਬ ਨਾਲ ਨਹੀਂ ਲਾਉਣਾ ਚਾਹੀਦਾ ਮੈਨੂੰ, ਪਰ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹ ਹੱਕ ਇਸ ਇਨਸਾਨ ਨੂੰ ਕਿਹਨੇ ਦਿੱਤਾ ਵੀ ਜੋ ਮੂੰਹ ਦੇ ਵਿੱਚ ਆਉਂਦਾ ਤੁਸੀਂ ਬੋਲਦੇ ਹੋ, ਬੋਲਦੇ ਨਹੀਂ ਬਕਦੇ ਹੋ, ਹਨਾ। ਤੁਸੀਂ ਆਪਣੀ ਜ਼ਿੰਦਗੀ ਦਾ ਜੇਕਰ ਖਿਆਲ ਰੱਖੋ, ਆਪਣੇ ਆਪ ਦਾ ਖਿਆਲ ਰੱਖੋ ਤਾਂ ਉਹ ਜ਼ਿਆਦਾ ਵਧੀਆ ਹੋਊਗਾ, ਰਾਦਰ ਦੈਨ ਕਿ ਤੁਸੀਂ ਦੂਜੇ ਦੀ ਜ਼ਿੰਦਗੀ 'ਚ ਵੇਖੋ ਕਿ ਕਿਸੇ ਦੀ ਘਰਵਾਲੀ ਕੀ ਕਰ ਰਹੀ, ਕਿਸੇ ਦਾ ਘਰ ਵਾਲਾ ਕੀ ਕਰ ਰਿਹਾ, ਕਿਸੇ ਦਾ ਬੱਚਾ ਕੀ ਕਰ ਰਿਹਾ, ਕਿਸੇ ਧਰਮ 'ਚ ਕੀ ਹੋ ਰਿਹਾ। ਆਪਣੇ ਆਪ ਨਾਲ ਕਿਉਂ ਨਹੀਂ ਅਸੀਂ ਲੋਕ ਮਤਲਬ ਰੱਖਦੇ? ਲੋਕਾਂ ਦਾ ਯੋਗਦਾਨ ਕੀ ਹੈ? ਮੈਂ ਤਾਂ ਕਦੇ ਕਦੇ ਇਹ ਸੋਚਦਾ ਸਾਡੇ ਸਮਾਜ ਦੇ ਲਈ, ਸਾਡੇ ਪੰਜਾਬ ਦੇ ਲਈ, ਲੋੜਵੰਦਾਂ ਦੇ ਲਈ, ਮਨੁੱਖਤਾ ਦੇ ਲਈ ਇੱਕ ਦੁੱਕੀ ਦਾ ਸਹਿਯੋਗ ਨਹੀਂ ਹੈ, ਪਰ ਪਤਾ ਨਹੀਂ ਕਿਹੜੀ ਗੱਲੋਂ ਆਲੇ ਦੁਆਲੇ ਗਨਮੈਨਾਂ ਦਾ ਝੁਰਮਟ ਪਾਇਆ ਹੁੰਦਾ ਸੁਰੱਖਿਆ ਕਰਮਚਾਰੀਆਂ ਦਾ। ਇਹ ਟੌਰ ਨਾਲ ਜਾਂਦੇ ਆ। ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਇਹਨਾਂ ਸੁਰੱਖਿਆ ਕਰਮਚਾਰੀਆਂ ਦੀ ਆੜ ਦੇ ਵਿੱਚ ਗਲਤ ਕੰਮ ਕਰਦੇ ਆ, ਜਿਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਵੀ ਦਰਜ ਹੋਏ ਆ। ਗੱਲ ਕੱਲੀ ਇੱਕ ਸੂਰੀ ਦੀ ਨਹੀਂ ਆ, ਗੱਲ ਇਹ ਵੀ ਆ ਵੀ ਜੇਕਰ ਕੋਈ ਸਿੱਖ ਭਾਈਚਾਰੇ ਦਾ ਵਿਅਕਤੀ ਹਿੰਦੂਆਂ ਦੇ ਬਾਰੇ ਜਾਂ ਮੁਸਲਮਾਨ ਭਾਈਚਾਰੇ ਬਾਰੇ ਇਦਾਂ ਅਪਸ਼ਬਦ ਵਰਤੇ, ਉਹਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕੋਈ ਮੁਸਲਿਮ ਭਾਈਚਾਰੇ ਦਾ ਇਹੋ ਜਿਹੀਆਂ ਕਰਤੂਤਾਂ ਕਰੇ ਉਹਨੂੰ ਵੀ ਮਿਲਣੀ ਚਾਹੀਦੀ ਹੈ, ਪਰ ਹਾਲ ਦੀ ਘੜੀ ਸੂਰੀ ਟੰਗਿਆ ਗਿਆ ਜੀ। ਔਰ ਮੈਂ ਕਹਿੰਦੀ ਆ ਵੀ ਜੇ ਉਹ ਟੰਗਿਆ ਗਿਆ ਹੈ ਤਾਂ ਹੀ ਆਪਾਂ ਕਹਿ ਰਹੇ ਹਾਂ ਕਿ ਉਹਨੂੰ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ, ਬਾਕੀਆਂ ਨੂੰ ਕੰਨ ਹੋ ਜਾਣ ਵੀ ਜੇ ਅਸੀਂ ਇਹੋ ਜਿਹਾ ਕੁਝ ਕਰਾਂਗੇ ਤਾਂ ਫਿਰ ਸਾਡੇ ਨਾਲ ਵਿਆਹ ਹੋ ਸਕਦੀ। ਕਿਉਂਕਿ ਨਾ ਸੁਰੱਖਿਆ ਕਰਮਚਾਰੀਆਂ ਵਾਲੀ ਗੱਲ ਚੰਗੀ ਕੀਤੀ ਤੁਸੀਂ ਕਿ ਇਹ ਸਾਡੇ ਲੋਕਾਂ ਨੇ ਜਦੋਂ ਕਿਸੇ ਇੱਕ ਦੇ ਇਹੋ ਜਿਹੇ ਨੂੰ ਸੁਰੱਖਿਆ ਮਿਲਦੀ ਸੀ ਤਾਂ ਉਹਨਾਂ ਨੇ ਕੰਮ ਹੀ ਫੜ ਲਿਆ ਸੀ, ਕਿਉਂਕਿ ਟੌਰ ਟਪੱਕਾ ਤਾਂ ਸੁੱਖ ਨਾਲ ਅਸੀਂ ਮਾਰਨ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਆ ਤੇ ਸਾਨੂੰ ਇਹ ਲੱਗਦਾ ਹੈ ਕਿ ਮੈਨੂੰ ਤਾਂ ਰੋਟੀ ਵੀ ਨਹੀਂ ਹਜ਼ਮ ਹੋਣੀ ਜੇਕਰ ਆਲੇ ਦੁਆਲੇ 4-5 ਗਨਮੈਨ ਨਾ ਹੋਣਗੇ ਮੇਰੇ। ਸੋ ਇਹ ਇਸ ਕਹਿ ਲਓ ਵੀ ਇਦਾਂ ਦੇ ਬੰਦਿਆਂ ਦਾ ਕਰਕੇ ਨਾ ਬਾਕੀ ਲੋਕ ਜਿਹੜੇ ਉਹ ਵੀ ਜ਼ਰੂਰਤ ਕਰਦੇ ਨੇ ਫਾਲਤੂ ਬੋਲਣ ਦੀ ਤੇ ਉਸ ਤੋਂ ਬਾਅਦ ਉਹ ਵੀ ਇਹ ਸਾਰਾ ਕੁਝ ਸੁਰੱਖਿਆ ਕਰਮਚਾਰੀ ਲੈ ਕੇ ਤੇ ਆਪਣੀ ਟੌਰ ਮਾਰਦੇ ਨੇ। ਪਿੱਛੇ ਜੇ ਨਾ 2-3 ਬੰਦੇ ਇਹੋ ਜਿਹੇ ਸਾਹਮਣੇ ਆਏ ਸੀ ਜਿਹੜੇ ਬੇਪਰਦ ਹੋਏ ਜੀ, ਜਿਨ੍ਹਾਂ ਨੇ ਆਪਣੇ ਤੇ ਖੁਦ ਹੀ ਹਮਲਾ ਕਰਵਾਇਆ ਤੇ ਬਾਅਦ ਦੇ ਵਿੱਚ ਪੁਲਿਸ ਦੇ ਕੋਲੋਂ ਮੰਗ ਕੀਤੀ ਸੁਰੱਖਿਆ ਕਰਮਚਾਰੀਆਂ ਨੇ। ਫਿਰ ਭੇਤ ਖੁੱਲਿਆ ਵਿੱਚੋਂ ਕਿ ਭਾਈ ਇਹਨਾਂ ਨੇ ਖੁਦ ਦੇ ਉੱਤੇ ਹਮਲਾ ਕਰਵਾਇਆ, ਇਹਨਾਂ ਨੇ ਪੈਸੇ ਦੇ ਕੇ ਖੁਦ ਦੇ ਉੱਤੇ ਹਮਲਾ ਕਰਵਾਇਆ ਫਿਲਮੀ ਅੰਦਾਜ਼ ਦੇ ਵਿੱਚ, ਤੇ ਬਾਅਦ ਦੇ ਵਿੱਚ ਸਬੂਤ ਬਣਾਏ ਵੀ CCTV ਕੈਮਰਿਆਂ ਦੀ ਫੁਟੇਜ ਆ ਜਿਹੜੀ ਉਹ ਅਸੀਂ ਪੁਲਿਸ ਨੂੰ ਦਿਖਾਈਏ। ਤੇ ਉਹ ਜਦੋਂ ਸਾਰਾ ਭੇਤ ਖੁੱਲਿਆ ਤੇ ਉਹਨਾਂ ਦੀ ਬਦਨਾਮੀ ਬੜੀ ਹੋਈ ਤੇ ਪੁਲਿਸ ਨੂੰ ਗਮਰਾਹ ਕਰਨ ਦੇ ਉੱਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਈ ਆ। ਸੋ ਇਹੋ ਜਿਹੇ ਲੋਕਾਂ ਨੂੰ ਪਛਾਣਨ ਦੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਕਿੰਨੀ ਕੁ ਤਰੱਕੀ ਹੈ ਤੇ ਪੰਜਾਬੀਆਂ ਦੇ ਵਿੱਚ ਕਿੰਨਾ ਕੁ ਏਕਾ, ਇਹਨਾਂ ਦੋਹਾਂ ਗੱਲਾਂ ਦੇ ਬਾਰੇ ਸੋਚਣਾ ਚਾਹੀਦਾ। ਧਰਮ ਦੇ ਨਾਂ ਦੇ ਉੱਤੇ ਜਦੋਂ ਮਰਜ਼ੀ ਕਿਸੇ ਦਾ ਸਿਰ ਪੜਵਾ ਦਿਓ, ਧਾਰਮਿਕ ਥਾਵਾਂ ਦੇ ਨਾਂ ਦੇ ਉੱਤੇ ਜਦੋਂ ਮਰਜ਼ੀ ਲੋਕਾਂ ਦੀ ਲੜਾਈ ਕਰਵਾ ਦਿਓ ਤੇ ਉੱਤੋਂ ਜੇਕਰ ਅਸੀਂ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਆ, ਭਾਵੇਂ ਸੂਰੀ ਆ ਤੇ ਭਾਵੇਂ ਕੋਈ ਹੋਰ ਆ, ਤਾਂ ਲੱਖ ਲਾਹਨਤ ਹੀ ਉਹਨਾਂ ਨੂੰ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਜਿਸ ਦਿਨ ਇਹ ਪੰਜਾਬ ਸਰਕਾਰ ਕਹਿ ਦੇਗੀ ਨਾ ਕਿ ਜੇਕਰ ਕਿਸੇ ਨੇ ਸੁਰੱਖਿਆ ਕਰਮਚਾਰੀ ਲੈਣੇ ਨੇ ਆਪਣੀ ਜੇਬ ਦੇ ਵਿੱਚ ਉਹਨੂੰ ਤਨਖਾਹ ਦਿਓ ਤਾਂ ਫਿਰ ਲੈ ਲਓ, ਉਦੋਂ ਵੇਖਿਓ ਉਦੋਂ ਹੀ ਜ਼ਿਆਦਾ ਨੇ ਵੈਸੇ ਹੀ ਸੁਰੱਖਿਆ ਛੱਡ ਦੇਣੀ ਆ ਵੀ ਨਹੀਂ ਅਸੀਂ ਆਪ ਹੀ ਠੀਕ ਆ, ਹਨਾ। ਇਹ ਪਤਾ ਹੈ ਕਿ ਪੈਸਾ ਸਰਕਾਰ ਦਾ ਹੈ, ਸਰਕਾਰ ਕੋਲ ਪੈਸਾ ਸਾਡੇ ਤੁਹਾਡੇ ਟੈਕਸ ਤੋਂ ਆਉਂਦਾ ਹੈ ਤੇ ਅਗਲੇ ਕਹਿੰਦੇ ਵੀ ਠੀਕ ਹੈ ਫਿਰ ਨੱਪੀ ਤੁਰੀ ਚੱਲੋ ਕਿੱਲੀ। ਜਿੱਦਣ ਆਪਣੀ ਜੇਬ ਚੋਂ ਦੇਣੇ ਪੈਣਗੇ ਉਦੋਂ ਪਤਾ ਲੱਗੂ ਵੀ ਸੁਰੱਖਿਆ ਮਹਿੰਗੀ ਕਿੰਨੀ ਹੁੰਦੀ ਹੈ। ਮੈਂ ਤਾਂ ਹੈਰਾਨ ਇਸ ਗੱਲ ਦੇ ਉੱਤੇ ਕਿ ਜਿਹੜੇ ਆਮ ਲੋਕ ਆ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚੋਂ ਟੈਕਸ ਦੇ ਰੂਪ ਦੇ ਵਿੱਚ ਪੈਸਾ ਜਾਂਦਾ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਤਨਖਾਹ ਮਿਲਦੀਆਂ ਤੇ ਮੰਤਰੀਆਂ ਨੂੰ ਵੀ ਭੱਤੇ ਤੇ ਬਾਕੀ ਸਾਰਾ ਕੁਝ ਮਿਲਦਾ, ਤਨਖਾਹਾਂ ਮਿਲਦੀਆਂ, ਉਹਨਾਂ ਲੋਕਾਂ ਦੀ ਸਹੂਲਤ ਵਾਸਤੇ ਤਾਂ ਕੋਈ ਲੱਭਦਾ ਨਹੀਂ ਪੁਲਿਸ ਕਰਮਚਾਰੀ। ਚੌਂਕ ਦੇ ਵਿੱਚ ਕੋਈ ਲੁੱਟਿਆ ਜਾਵੇ ਤਾਂ ਪੁਲਿਸ ਕਰਮਚਾਰੀ ਕਹਿ ਦਿੰਦੇ ਵੀ ਹੁਣ ਅਸੀਂ ਕਰਕੇ ਸਾਡੇ ਤਾਂ ਮੋਟਰਸਾਈਕਲ 'ਚ ਤੇਲ ਹੈ ਨਹੀਂਗਾ, ਪਰ ਇਹਨਾਂ ਲੋਕਾਂ ਦੇ ਲਈ ਸਾਰਾ ਕੁਝ ਹੈਗਾ। ਦੁੱਖ ਹੁੰਦਾ ਇਹਨਾਂ ਗੱਲਾਂ ਦੇ। ਬਿਲਕੁਲ ਸਹੀ।
ਹਰਮਨ ਜੀ ਜਦੋਂ ਕੁੜੀ ਦਾ ਵਿਆਹ ਹੁੰਦਾ ਹਾਂਜੀ ਉਦੋਂ ਫਿਰ ਚੌਲ ਐ ਪਿੱਛੇ ਨੂੰ ਕਾਹਤੋਂ ਸੁੱਟਦੀਆਂ ਹੁੰਦੀਆਂ? ਮੈਨੂੰ ਨਾ ਕਦੇ ਇਸ ਗੱਲ ਦੀ ਸਮਝ ਲੱਗੀ ਨਹੀਂ ਕਿਉਂ ਵੀ ਇਹਦਾ ਕੀ ਕਾਰਨ ਹੋਊਗਾ, ਇਹ ਕਿਉਂ ਰਸਮ ਬਣੀ ਆ, ਇਹਦੇ ਪਿੱਛੇ ਕੋਈ ਮਾਜਰਾ ਤਾਂ ਹੋਊਗਾ ਨਾ ਕੋਈ ਕਾਰਨ ਤਾਂ ਜ਼ਰੂਰ ਹੋਏਗਾ। ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਗੱਲ ਦੇ ਉੱਤੇ ਚਾਨਣ ਪਾਇਆ ਜਾਵੇ ਜੀ ਕਿ ਜਦੋਂ ਕੁੜੀ ਵਿਆਹੀ ਜਾਂਦੀ ਹੈ, ਜਦੋਂ ਉਹਦੀ ਡੋਲੀ ਜਾਣ ਲੱਗਦੀ ਹੈ ਘਰ ਦੇ ਵਿੱਚੋਂ, ਤਾਂ ਉਹ ਦੋਵਾਂ ਹੱਥਾਂ ਦੇ ਨਾਲ ਜਿਹੜੇ ਚੌਲ ਨੇ, ਕੱਚੇ ਚੌਲ, ਉਹ ਕਿਉਂ ਪਿੱਛੇ ਨੂੰ ਸੁੱਟਦੀ ਹੈ, ਇਹਦੇ ਪਿੱਛੇ ਕਾਰਨ ਕੀ ਹੁੰਦਾ ਹੈ, ਇਹ ਜ਼ਰੂਰ ਸਾਡੇ ਦਰਸ਼ਕ ਸਾਨੂੰ ਦੱਸਣ ਤਾਂ ਜੋ ਫਿਰ ਅਸੀਂ ਇੱਥੇ ਸਾਂਝਾ ਵੀ ਕਰਾਂਗੇ ਵੀ ਉਹਦੇ ਪਿੱਛੇ ਕਾਰਨ ਕੀ ਹੈ। ਬਿਲਕੁਲ। ਤੇ ਨਾਲੇ ਅੱਜ ਕੱਲ ਗੀਤ ਬੜੇ ਪੇਸ਼ ਕੀਤੇ ਜਾਂਦੇ ਵੀ ਜਿਹੜੇ ਕਰ ਜਾਵੇਂਗੀ ਭਾਗ ਲੱਗ ਜਾਣਗੇ, ਪਰ ਕਈ ਵਾਰੀ ਭਾਗ ਉਲਟੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ। ਇਹ ਜਿਸ ਹਿਸਾਬ ਦੇ ਨਾਲ ਤੁਸੀਂ ਪਹਿਲਾਂ ਗੀਤ ਦੀ ਸ਼ੁਰੂਆਤ ਹੀ ਕੀਤੀ ਸੀ, ਮੈਂ ਉਦੋਂ ਹੀ ਸਮਝ ਗਈ ਸੀ ਵੀ ਪੱਕਾ ਪੁੱਠੇ ਵਾਲੇ ਭਾਗ ਹੋਣਗੇ। ਨਹੀਂ, ਪੁੱਠੇ ਵਾਲੇ ਭਾਗ ਹੁਣ ਸਿੱਧੇ ਵਾਲੇ ਹੋਣ, ਹੁਣ ਕਿਸੇ ਨੂੰ ਥੋੜੀ ਪਤਾ ਗਾਉਣ ਵਾਲੇ ਨੂੰ ਵੀ ਭਾਗ ਕਿਹੜੇ ਪਾਸੇ। ਉਹਨੇ ਤਾਂ ਸਿਰਫ ਇਹ ਗੱਲ ਕਹੀ ਸੀ ਵੀ ਤੂੰ ਮੇਰਾ ਦਿਲ ਤੋੜ ਗਈ ਆ ਭਾਈ, ਜਿੱਥੇ ਤੂੰ ਜਾਏਂਗੀ ਤੇ ਉੱਥੇ ਵੀ ਕਿਹੜਾ ਤੂੰ ਜੋੜਨ ਦਾ ਕੰਮ ਕਰੇਂਗੀ। ਪਰ ਅੱਜ ਦੀ ਤਰੀਕ ਦੇ ਵਿੱਚ ਹੋਰ ਪ੍ਰਸੰਗ ਦੇ ਵਿੱਚ ਬੜਾ ਕੁਝ ਚੱਲ ਪਿਆ ਆ। ਮੈਂ ਅੱਜ ਪੜ੍ਹੀ ਖਬਰ ਇੱਕ ਫਾਜ਼ਿਲਕਾ ਦੇ ਵੱਲੋਂ, ਤੀਜੇ ਦਿਨ ਹੀ ਮਾਂ ਦੀ ਧੀ ਫੁਰ ਮਤਲਬ ਜਿਹੜੇ ਮੈਂ ਸਾਂਭ ਕੁੰਜੀਆਂ ਤੇ ਧੀਆਂ ਕਰ ਚੱਲੀਆਂ ਸਰਦਾਰੀ। ਇਹ ਤਾਂ ਸੁਣਿਆ ਸੀਗਾ। ਉਹ ਕੁੰਜੀਆਂ ਵੀ ਕਹਿੰਦੀ ਵੀ ਹੁਣ ਮੈਨੂੰ ਮੋੜ ਦੋ, ਮੈਂ ਆ ਗਈ ਆ। ਤੇ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਵੀ ਚੱਕ ਲਿਆਈਆਂ, ਉਹਨਾਂ ਦੀਆਂ ਕੁੰਜੀਆਂ ਵੀ ਨਹੀਂ ਛੱਡੀਆਂ ਜਿੱਧਰ ਗਈ ਸੀ। ਮਤਲਬ ਜਿਹੜੇ ਘਰ ਗਈ ਸੀ ਭਾਗ ਲਾ ਕੇ ਆਈ ਹੈ। ਮੈਂ ਨਾ ਚੱਬਕੜ ਤੇ ਚੀਕ ਕਢਾਤੀ ਉਹਨਾਂ ਨੇ। ਟੈਣਾ ਸਾਹਿਬ ਮੈਂ ਕਹਿੰਨੀ ਆ ਵੀ ਸੱਚੀ ਤੁਸੀਂ ਕਿਹਦੇ ਤੇ ਯਕੀਨ ਕਰੋਗੇ, ਹਨਾ? ਪਤਾ ਹੀ ਨਹੀਂ ਲੱਗਦਾ ਕਿ ਆਉਂਦੇ ਵੇਲੇ ਦੇ ਵਿੱਚ ਕੀ ਹੋ ਜਾਣਾ ਤੁਹਾਡੇ। ਮੈਨੂੰ ਤਾਂ ਇਉਂ ਲੱਗਦਾ ਵੀ ਜਦੋਂ ਇਹ ਤੀਜੇ ਦਿਨ ਸਾਰਾ ਕੁਝ ਕਰਕੇ ਚਲੀ ਗਈ ਆ ਤੇ ਇਹ ਮੰਨ ਵੀ ਗਈ, ਕਹਿੰਦੀ ਵੀ ਮੈਂ ਤਾਂ ਠੱਗੀ ਮਾਰਨੀ ਸੀ, ਮਾਰ ਲਈ ਆ। ਤੇ ਜਦੋਂ ਇਹਨੂੰ ਡੋਲੀ ਦੇ ਵਿੱਚ ਬਿਠਾਉਂਦੇ ਹੋਣਗੇ ਕਾਰ ਦੇ ਵਿੱਚ, ਤੇ ਉਦੋਂ ਕਹਿੰਦੀ ਹੋਣੀ ਆਈ ਲੋ ਰੋਵੋ ਨਾ, ਸਮਝਿਆ ਕਰੋ ਗੱਲ ਨੂੰ। ਮੈਂ ਤਾਂ ਚੌਲ ਆ ਗਈ ਮੈਂ ਤਾਂ ਦੋਵਾਂ ਦਿਨਾਂ ਨੂੰ ਮੁੜੀ ਲਓ, ਆਈ ਲਓ, ਨਾਲੇ ਸਾਰਾ ਕੁਝ ਲੈ ਕੇ ਆਉਂ। ਹਾਂ, ਤੇ ਮੇਰਾ ਸਮਾਨ ਨਾ ਇੱਧਰ ਉੱਧਰ ਕਰਿਓ, ਮੈਂ ਆ ਹੀ ਜਾਣਾ। ਮੈਂ ਉਹਨਾਂ ਨੂੰ ਕਹਿ ਹੋਣਾ ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦੱਸ ਲਾ। ਪਰ ਮੁੰਡੇ ਵਾਲਿਆਂ ਨੇ ਇਸ ਗੱਲ ਦਾ ਦੋਸ਼ ਲਾਇਆ ਵੀ ਤੀਜੇ ਦਿਨ ਇਹ ਕੁੜੀ ਆ ਜਿਹੜੀ ਉਹ ਸਾਡਾ ਸਾਰਾ ਸਮਾਨ ਚੱਕ ਕੇ ਲੈ ਗਈ। ਅੱਛਾ ਜੀ। ਉਹ ਕਹਿੰਦੇ ਵੀ ਕੁੜੀ ਨੂੰ ਵਿਆਹ ਕੇ ਅਸੀਂ ਲਿਆਂਦਾ, ਜਿਵੇਂ ਸਭ ਨੂੰ ਚਾਹ ਹੁੰਦਾ ਉਸੇ ਤਰੀਕੇ ਦੇ ਨਾਲ ਅਸੀਂ ਵੀ ਚਾਹ ਬਣਾਏ। ਹਾਲੇ ਨਾ ਤਾਂ ਮੁੰਡੇ ਦਾ ਚਾਹ ਉਤਰਿਆ ਤੇ ਨਾ ਕੁੜੀ ਦੇ ਹੱਥਾਂ ਤੋਂ ਗੂੜੇ ਰੰਗ ਦੇ ਵਿੱਚ ਲੱਗੀ ਮਹਿੰਦੀ ਦਾ ਰੰਗ ਉਤਰਿਆ। ਨਾ ਉਹਦਾ ਜਿਹੜਾ ਸੂਹਾ ਲਾਲ ਜਿਹੜਾ ਚੂੜਾ ਤੇ ਉਹ ਫਿੱਕਾ ਪਿਆ। ਨਾ ਹਾਲੇ ਸ਼ਗਨਾਂ ਦੇ ਜਿਹੜੇ ਗਾਨੇ ਬੰਨੇ ਆ ਉਹ ਉਤਰੇ ਆ। ਸਾਰਾ ਕੁਝ ਉਵੇਂ ਬਰਕਰਾਰ ਆ, ਪਰ ਚੰਦ ਚੜ ਗਈ। ਪਤਾ ਲੱਗਾ ਵੀ ਇਹਨੂੰ ਇਹਦੇ ਪਰਿਵਾਰਕ ਮੈਂਬਰ ਲੈਣ ਆਏ ਤੇ ਉਹ ਕਹਿੰਦੇ ਵੀ ਅਸੀਂ 2 ਦਿਨਾਂ ਨੂੰ ਛੱਡ ਜਾਾਂਗੇ। ਜਦੋਂ 2-3 ਦਿਨ ਬੀਤ ਗਏ ਤੇ ਮੁੰਡਾ ਉਹਨੂੰ ਲੈਣ ਗਿਆ ਤੇ ਅੱਗੋਂ ਕੁੜੀ ਕਹਿੰਦੀ ਵੀ ਮੈਂ ਤਾਂ ਨਹੀਂ ਜਾਣਾ। ਉਹ ਕਹਿੰਦਾ ਵੀ ਕੀ ਗੱਲ ਬਣ ਗਈ, ਸਾਡਾ ਤਾਂ ਸਮਾਨ ਵੀ ਹੈ ਨਹੀਂਗਾ, ਤੂੰ ਚੱਕ ਕੇ ਲਿਆਈ। ਕਹਿੰਦੀ ਹਾਂ। ਦੋਸ਼ਾਂ ਦੇ ਮੁਤਾਬਕ ਕਹਿੰਦੇ ਵੀ 20 ਤੋਲੇ ਸਾਡਾ ਸੋਨਾ ਲੈ ਗਈ ਤੇ ਵਾਹਵਾ ਸਾਡੇ ਪੈਸੇ ਚੱਕ ਕੇ ਲੈ ਗਈ ਆ। ਤੇ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਬਹੁਤ ਇਸ ਵਕਤ ਕਸੂਤੀ ਸਥਿਤੀ 'ਚ ਫਸੇ ਆ। ਕਹਿੰਦੇ ਵੀ ਇਸ ਕੁੜੀ ਨੇ ਪਹਿਲਾਂ ਵੀ ਇੱਕ ਟੱਬਰ ਠੱਗਿਆ, 2.5 ਲੱਖ ਰੁਪਏ ਦੇ ਵਿੱਚ ਮੰਗਿਆ ਉਹਨਾਂ ਨੂੰ। ਕਹਿਣ ਦਾ ਭਾਵ ਇਹ ਆ ਵੀ ਜਿੱਥੇ ਜਾਂਦੀ ਹੈ ਭਾਗ ਲਾ ਕੇ ਮੁੜਦੀ ਹੈ। ਇਹ ਹੈ ਨਾ, ਨਾਂ ਵੀ ਬੜਾ ਸੋਹਣਾ ਨਾਂ ਹੈ, ਨਿਸ਼ਾ ਨਾਮ ਹੈ ਕੁੜੀ ਦਾ। ਨਿਸ਼ਾ ਕਰਤੀ ਫਿਰ ਉਹਨਾਂ ਦੀ ਜੀ। ਤੇ ਇਹ ਤੁਸੀਂ ਵੇਖੋ, ਮੈਂ ਹੈਰਾਨ ਆ ਟਾਣਾ ਸਾਹਿਬ ਕਿ ਪਹਿਲਾਂ ਵੀ ਹੋਇਆ ਸੀ ਤੇ ਉਦੋਂ ਵੀ ਕਹਿੰਦੇ ਆ ਸਾਰਾ ਕੁਝ ਕੀਤਾ ਤੇ ਹੁਣ ਵੀ ਇਹੀ ਸਾਰਾ ਕੁਝ ਕਰ ਗਈ ਹੈ। ਵੀ ਬਣੂ ਕੀ ਦੁਨੀਆ ਦਾ? ਮੈਂ ਨਾ ਜਿਹਦੇ ਤੇ ਯਕੀਨ ਕਰ ਲਿਆ ਨਾ ਸਮਝ ਲਓ ਬਣ ਜਾਏਗਾ। ਵਾਕਈ ਬਸ ਯਕੀਨ ਕਰਨਾ ਹੀ ਗਲਤ ਅੱਜ ਕੱਲ। ਹੁਣ ਕਹਿੰਦੇ ਹੁੰਦੇ ਆ ਵੀ ਇਹਨੇ ਵੀ ਤਾਂ ਲਾਵਾਂ ਲਈਆਂ, ਸਾਰਾ ਕੁਝ ਹੁੰਦਾ ਵੀ ਭਾਈ 7 ਜਨਮਾਂ ਦਾ ਰਿਸ਼ਤਾ ਆਪਣਾ। 7 ਜਨਮ ਕੀ, ਹੁਣ ਤਾਂ 72 ਘੰਟੇ ਨਹੀਂ ਕੱਢਦੀਆਂ। ਅੱਛਾ, ਵੈਸੇ ਬਾਕੀ ਗੱਲਾਂ ਦੀਆਂ ਗੱਲਾਂ ਜਿਹੜੀ ਤੁਸੀਂ ਪੇਸ਼ਕਾਰੀ ਕਰਦੇ ਹੋ ਨਾ, ਲਾਲ ਸੂਹਾ ਚੂੜਾ, ਲਾਲ ਕੀ ਗੂੜੇ ਰੰਗ ਦੀ ਮਹਿੰਦੀ, 7 ਫੇਰੇ ਲਏ ਸੀ। ਇੱਥੇ ਦਿਲ ਜਾ ਬਣਾ ਕੇ ਨਾ, ਇੱਕ ਪਾਸੇ ਕੋਈ ਲਿਖਿਆ ਹੋਊਗਾ ਪੱਪੂ, ਇੱਕ ਪਾਸੇ ਬਿੰਦੋ। ਆ ਬਿੰਦੋ ਕਿਹੜੇ ਵੇਲੇ ਪੱਪੂ ਦੇ ਚਪੇੜਾ ਲੱਗੀ ਪਤਾ ਨਹੀਂ ਲੱਗਦਾ। ਆ ਜਿਹੜੇ ਨਾਂ ਲੱਭੇ ਸੀ ਨਾ ਤੁਸੀਂ, ਇਹ ਆ ਜਦੋਂ ਪੀ ਜੀ ਲਿਖਿਆ ਹੁੰਦਾ ਨਾ, ਐਵੇਂ ਕਰੀ ਜਿਹੜੀਆਂ ਇਹ ਪਰਮਿੰਦਰ ਆ, ਪਤਾ ਲੱਗ ਪਪਲੂ ਲਿਖਿਆ ਸੀ ਨੇ। ਨਹੀਂ, ਪਰ ਹੋਇਆ ਬਹੁਤ ਮਾੜਾ ਹੈ। ਜਦੋਂ ਵੀ ਕਿਸੇ ਨੇ ਕਿਤੇ ਰਿਸ਼ਤਾ ਜੋੜਨਾ ਹੋਏ ਤਾਂ ਜ਼ਰੂਰ ਤਫਤੀਸ਼ ਕਰਨੀ ਚਾਹੀਦੀ ਹੈ। ਨਹੀਂ ਮੇਰੇ ਵੀਰ, ਦੱਸੋ, ਮੇਰੀ ਗੱਲ ਸੁਣੋ। ਇਹ ਵੀ ਮੈਂ ਤੁਹਾਡੀ ਅੱਜ ਸ਼ੰਕਾ ਨਿਵਰਤੀ ਕਰ ਦਿੰਦਾ। ਮੰਨ ਲਓ ਵੀ ਤੁਹਾਡੇ ਲਈ ਕੋਈ ਮੁੰਡਾ ਲੱਭਣ ਗਏ, ਹੁਣ ਤੁਸੀਂ ਵਿਆਹ ਕਰਵਾਓਗੇ, ਆਉਂਦੇ ਸਮੇਂ 'ਚ ਜਦੋਂ ਵੀ ਕਰਵਾਓਗੇ, ਤੁਹਾਡੇ ਮਾਪਿਆਂ ਨੇ ਪੂਰੀ ਕੋਸ਼ਿਸ਼ ਕਰਨੀ ਹੈ ਵੀ ਮੁੰਡਾ ਚੰਗਾ ਹੋਵੇ। ਆਪਦੇ ਵੱਲੋਂ ਤਾਂ ਹਰ ਕੁੜੀ ਦੇ ਲਈ ਚੰਗਾ ਮੁੰਡਾ ਤੇ ਹਰ ਮੁੰਡੇ ਲਈ ਘਰ ਦੇ ਜਿਹੜੇ ਉਹ ਚੰਗੀ ਕੁੜੀ ਲੱਭਦੇ ਆ। ਜਦੋਂ ਮੁੰਡਾ ਕੁੜੀ ਆਪੇ ਜੁੜਦੇ ਆ ਆਪਦੇ ਵੱਲੋਂ ਤਾਂ ਉਹ ਵੀ ਚੰਗੇ ਹੁੰਦੇ ਆ। ਪਰ ਇਹ ਤਾਂ ਜਦੋਂ ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਦੇ ਆ, ਜਦੋਂ ਦਿਨ ਰਾਤ ਇਕੱਠੇ ਰਹਿੰਦੇ ਆ, ਜਦੋਂ ਖਾਣ ਪੀਣ ਸਾਂਝਾ ਹੁੰਦਾ, ਜਦੋਂ ਆਦਤਾਂ ਦਾ ਪਤਾ ਲੱਗਦਾ, ਖੁਲਾਸਾ ਹੁੰਦਾ, ਫਿਰ ਪਤਾ ਲੱਗਦਾ ਵੀ ਗਲਤ ਕੌਣ ਆ। ਉਦਾਂ ਤਾਂ ਜਿਹਨੂੰ ਮਰਜ਼ੀ ਪੁੱਛ ਲਓ, ਬੰਦਾ ਪਹਿਲਾਂ ਹੀ ਪ੍ਰਬੰਧ ਕਰ ਲੈਂਦਾ ਵੀ ਗਵਾਂਢੀਆਂ ਨੂੰ ਕਹਿ ਦਿੰਦਾ ਭਾਵੇਂ ਮੁੰਡਾ ਆਪਣਾ ਨਸ਼ਾ ਪੱਤਾ ਕਰਦਾ, ਤੁਸੀਂ ਕਦੋਂ ਨਾ ਵੀ ਨਾ ਲੈ, ਇਹ ਤਾਂ
ਹੱਥ ਹੀ ਨਹੀਂ ਲਾਉਂਦਾ। ਗੱਲ ਤਾਂ ਸਹੀ ਹੈ। ਵੈਸੇ ਅੱਜ ਕੱਲ ਦੇ ਜ਼ਮਾਨੇ 'ਚ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਨਾ ਬਈ ਸਕਦੇ। ਨਾ। ਬਹੁਤ ਸਾਰੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ ਜਿਹਦੇ ਵਿੱਚ ਸਕੀਆਂ ਰਿਸ਼ਤੇਦਾਰੀਆਂ ਦੇ ਵਿੱਚ ਵਿਆਹ ਹੋਏ ਜਿਹੜੇ ਉਹ ਬਾਅਦ 'ਚ ਪਤਾ ਲੱਗਦਾ ਵੀ ਕੀ ਬਣ ਗਿਆ ਹੈ ਨਾ। ਸੋ ਜਿਨ੍ਹਾਂ ਦੇ ਨਿਭਣੇ ਹੁੰਦੇ ਉਹ ਨਿਭ ਵੀ ਜਾਂਦੇ ਨੇ। ਸੋ ਹਰ ਤਰ੍ਹਾਂ ਦੇ ਮਾਮਲੇ ਨੇ ਇਸ ਦੁਨੀਆ 'ਚ। ਪਰ ਕੰਮ ਔਖਾ ਹੋਇਆ ਪਿਆ। ਵਾਕਈ ਵਕਫਾ ਲੈ ਲਓ, ਮੈਂ ਭਾਵੁਕ ਆ। ਨਹੀਂ, ਤੁਸੀਂ ਕਿਹੜੀ ਗੱਲੋਂ ਭਾਵੁਕ ਆ? ਦੇਖੋ ਐ ਟੁੱਟ ਜਾਂਦੇ ਆ, 72 ਘੰਟੇ ਵੀ ਨਹੀਂ ਪੂਰੇ ਹੁੰਦੇ ਜੀ। 72 ਘੰਟਿਆਂ ਬਾਅਦ ਤਾਂ ਕਰੋਨਾ ਦੀ ਰਿਪੋਰਟ ਆਉਂਦੀ ਆ ਹਾਂਜੀ। ਤੇ ਇਧਰ ਰਿਸ਼ਤੇ ਦੀ ਆ ਜਾਂਦੀ ਆ ਹੁਣ। ਨਹੀਂ, ਪਰ ਉਦਾਂ ਇੰਨਾ ਭਾਵੁਕ ਮੈਨੂੰ ਲੱਗਦਾ ਹੋ ਸਾਰਾ ਮੁੰਡਾ ਵੀ ਨਾ ਹੋਵੇ ਜਿੰਨੇ ਤੁਸੀਂ ਹੋ ਗਏ ਉਹ ਮੈਂ ਬੰਦੇ ਦਾ ਦਰਦ ਸਮਝਦਾ। ਧੋਖਾ ਦੇਗੀ, ਓਹੋ ਰੋਣ ਨਾ ਲੱਗ ਜਾਓ। ਧੋਖਾ ਦੇਣੀ ਸੱਜਣਾ ਨੂੰ ਕਦਾਂ ਦੇ ਲੈਟਰ ਲਾਵਾਂਗੇ। ਕਿਹੜਾ ਗਾਣਾ ਸੀ ਉਹ? ਆਇਆ ਸੀ ਇੱਕ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਾਹ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਟਾਣਾ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੱਚੀ, ਮੇਰਾ ਵਿਆਹ ਦੇ ਨਾਂ ਤੋਂ ਨਾ ਵਿਸ਼ਵਾਸ ਉੱਠਦਾ ਜਾ ਰਿਹਾ ਟਾਣਾ ਸਾਹਿਬ। ਉਹ ਕਿਉਂ? ਖਬਰਾਂ ਇਹੋ ਜਿਹੀਆਂ ਆ ਰਹੀਆਂ ਨੇ। ਨਹੀਂ, ਖਬਰਾਂ ਤਾਂ ਆਉਂਦੀਆਂ ਰਹਿੰਦੀਆਂ ਤੇ ਇਹਦਾ ਮਤਲਬ ਆਪਾਂ ਜਿਉਣਾ ਬੰਦ ਕਰ ਦਈਏ? ਨਹੀਂ, ਖਬਰਾਂ ਤਾਂ ਇਹ ਵੀ ਆਉਂਦੀਆਂ ਵੀ ਹਰ ਚੀਜ਼ ਮਿਲਾਵਟੀ ਆ, ਹੁਣ ਤੁਸੀਂ ਰੋਟੀ ਖਾਣੀ ਬੰਦ ਕਰ ਦਿਓਗੇ। ਖਬਰਾਂ ਤਾਂ ਇਹ ਵੀ ਆਉਂਦੀਆਂ ਵੀ ਹਰ ਰੋਜ਼ ਸੜਕ ਹਾਦਸੇ ਹੁੰਦੇ ਆ, ਤੁਸੀਂ ਸਕੂਟਰੀ ਚਲਾਉਣੀ ਬੰਦ ਕਰ ਦੋਗੇ। ਖਬਰਾਂ ਤਾਂ ਇਹ ਵੀ ਆਉਂਦੀਆਂ ਵੀ ਭਾਈ ਬੱਸਾਂ ਦੇ ਵਿੱਚ ਬੈਠਾਂਗੇ ਜੇਕਰ ਬਾਹ ਨਾਲ ਬਾਹ ਜੋੜ ਕੇ ਤੇ ਕਰੋਨਾ ਫੈਲ ਜਾਣਾ, ਪਰ ਅਸੀਂ ਕੀ ਹੁਣ ਸਫ਼ਰ ਨਾ ਕਰੀਏ? ਕੀ ਨਾ ਕਰੀਏ ਅਸੀਂ? ਆਪਾਂ ਕਿਸੇ ਗੱਲ ਤੇ ਸਟੈਂਡ ਰੱਖਦੇ ਆ ਕੋਈ ਕਿ ਨਹੀਂ? ਨਹੀਂ, ਮਜਬੂਰੀ ਦੇ ਵਿੱਚ ਜ਼ਿੰਦਗੀ ਨੂੰ ਸਭ ਕੁਝ ਕਰਨਾ ਪੈਂਦਾ। 72 ਘੰਟੇ ਬਾਅਦ ਜੇਕਰ ਕੋਈ ਬਦਲ ਗਿਆ, ਬੇਵਫਾ ਹੋ ਗਿਆ, ਸੱਜਣ ਧੋਖਾ ਦੇ ਗਿਆ, ਜਾ ਬੇਵਫਾ ਜਾ। ਹਾਂ ਜੀ ਲੈ ਆਪਣੀ ਜ਼ਿੰਦਗੀ। ਕੋਈ ਗੱਲ ਬਣੀ ਇੱਥੇ? ਇਹ ਕਹਿਣ ਦੀ ਲੋੜ ਸੀ ਇੱਥੇ? ਉਹ ਜਾ ਸਿਮਰਨ ਜਾ, ਅੱਛਾ ਜੀ ਲੈ ਆਪਣੀ ਜ਼ਿੰਦਗੀ। ਤੁਸੀਂ ਅਮਰੀਸ਼ਪੁਰੀ ਦੇ ਮੂੰਹ ਦੇ ਵਿੱਚੋਂ ਗਲਤ ਗੱਲਾਂ ਕਢਵਾਈ ਜਾਂਦੇ ਆ। ਉਹ ਨਹੀਂ ਟਾਣਾ ਸਾਹਿਬ, ਅਗਲੀ ਖਬਰ ਸੁਣੋਗੇ ਨਾ, ਤੁਹਾਡੇ ਮੂੰਹ ਚੋਂ ਪਤਾ ਨਹੀਂ ਕੀ ਨਿਕਲਣਾ। ਗਾਲਾਂ ਹੀ ਨਿਕਲਣਗੀਆਂ ਹੁਣ ਤਾਂ। ਪਹਿਲਾਂ ਤੁਸੀਂ ਕਹਿੰਦੇ ਸੀ ਵੀ 72 ਘੰਟੇ ਵੀ ਨਹੀਂ ਟਿਕੀ ਤੇ ਤਾਂ ਤੁਹਾਨੂੰ ਜ਼ਿਆਦਾ ਦੁੱਖ ਸੀ। ਹੁਣ ਜਿਹਦੀ ਮੈਂ ਗੱਲ ਕਰਨ ਲੱਗੀ ਆ, 72 ਤਾਂ ਬਹੁਤ ਦੂਰ ਦੀ ਗੱਲ ਆ, ਉਹ 10 ਘੰਟੇ ਵੀ ਨਹੀਂ ਰੁਕੀ। 10 ਘੰਟੇ ਨਹੀਂ ਰੁਕੀ ਜੀ, ਤੇ ਚਲੀ ਗਈ। 5 ਘੰਟਿਆਂ ਬਾਅਦ ਬਿਹਾਰ ਦੇ ਵਿੱਚ ਇੱਕ ਲਾੜੀ ਫਰਾਰ ਹੋ ਗਈ। ਇਹਨੇ ਮਾਂ ਦੀ ਧੀ ਨੇ 6 ਘੰਟੇ ਵੀ ਨਹੀਂ ਹੋਣ ਦਿੱਤੇ। ਮੈਂ ਹੁਣ ਦੱਸੋ ਕੀ ਮੈਂ ਗਲਤ ਕਹਿਣਾ ਸੀ? ਪਹਿਲਾਂ ਮੈਨੂੰ ਇਹ ਦੱਸੋ। ਮੈਂ ਦਰਸ਼ਕਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਮੇਰੇ ਵਿਚਾਰ ਗਲਤ ਹੈ ਇਸ ਮਾਮਲੇ ਤੇ? ਇਹ ਤੁਸੀਂ ਇਹ ਵਿਚਾਰ ਸਾਂਝੇ ਕੀਤੇ ਆ ਵੀ ਬਿਹਾਰ ਦੇ ਵਿੱਚ 5 ਘੰਟੇ ਨਹੀਂ ਕੱਢੇ ਜੀ, ਉਧਰ 72 ਘੰਟੇ ਨਹੀਂ ਕੱਢੇ, ਤੇ ਬੰਦਾ ਕਰੇ ਕਿਹਦੇ ਤੇ ਯਕੀਨ? ਨਹੀਂ, ਮੈਂ ਗਲਤ ਕਹਿਣਾ? ਮੈਂ ਤੁਹਾਨੂੰ ਦੱਸਾਂ, ਇਹ ਨਾ ਜਿਹੜਾ ਪਿਆਰ ਹੈ ਇਹ ਵੀ ਮੋਟਰ ਵਾਲੀ ਬਿਜਲੀ ਦੀ ਤਰ੍ਹਾਂ ਹੋ ਗਿਆ ਵੀ ਅੱਜ 5 ਘੰਟੇ ਆਊ, ਅੱਜ 72 ਘੰਟੇ ਆਊ, ਪਤਾ ਨਹੀਂ ਬਣੀ ਕੀ ਜਾਂਦਾ। ਨਹੀਂ, ਹੁਣ ਸਵਾਲ ਇਹ ਆ ਵੀ ਜੇ ਤੂੰ ਨਹੀਂ ਟਿਕਣਾ, ਜੇ ਤੇਰਾ ਕਿਤੇ ਹੋਰ ਇਸ਼ਕ ਪੇਚਾ ਚੱਲਦਾ, ਜੇਕਰ ਤੇਰੀ ਕੋਈ ਗਿੱਟੀ ਸਿਟੀ ਕਿਤੇ ਹੋਰ ਰਲੀ ਵੀ ਆ, ਤਾਂ ਤੂੰ ਜਾਣਾ ਹੀ ਕਿਉਂ ਉੱਥੇ? ਨਾਲੇ ਤਾਂ ਮੁੰਡੇ ਦਾ ਖਰਚਾ ਕਰਵਾਇਆ, ਨਾਲੇ ਆਪਦੇ ਮਾਪਿਆਂ ਦੀ ਇੱਜ਼ਤਦਾਰ ਦੇ ਉੱਤੇ ਲਾਈ, ਤੇ ਕਹਿੰਦੇ ਆ ਵੀ ਪ੍ਰੇਮੀ ਨਾਲ ਫੁਰਰ ਹੋ ਗਈ ਆ 5 ਘੰਟਿਆਂ ਬਾਅਦ ਹੀ। ਤੁਸੀਂ ਇਹ ਵੇਖੋ ਕਿ ਇਹ ਜਿਹੜੀ ਬਰਾਤ ਆ ਯੂਪੀ ਤੋਂ ਆਈ ਸੀਗੀ ਤੇ ਉਸ ਤੋਂ ਬਾਅਦ ਵਿਦਾਈ ਦੀਆਂ ਤਿਆਰੀਆਂ ਚੱਲ ਰਹੀਆਂ ਸੀ, ਸਾਰਾ ਕੁਝ ਹੋ ਰਿਹਾ ਸੀ, ਤੇ ਲਾੜੀ ਉਧਰੋਂ ਪ੍ਰੇਮੀ ਨਾਲ ਫਰਾਰ ਹੋ ਗਈ। ਉਧਰੋਂ ਤਾਂ ਪੂਪ ਨੂੰ ਵੱਜੀ ਨਾ, ਪੌਂ 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 ਐ ਚੱਲੀ ਜਾਂਦਾ, ਤੇ ਲਾੜੀ ਐ ਵੀ ਨਹੀਂ ਕਰਨ ਆਈ। ਇੱਥੇ ਦੇਖੋ ਕੀ ਬਣ ਰਿਹਾ ਸਾਡੇ ਦੇਸ਼ ਦੇ ਵਿੱਚ। ਬਾਬੁਲ ਕੀ ਦੁਆਏ ਲੈਤੀ ਜਾ ਤਾਂ ਵਿੱਚ ਹੀ ਰਹਿ ਗਿਆ। ਉਹ ਬਾਬਲ ਨੂੰ ਕੌਣ ਪੁੱਛਦਾ ਹੁਣ? ਕਈ ਥਾਵਾਂ ਦੇ ਉੱਤੇ ਜਿੱਥੇ ਹੁਣ ਆਹ ਖਬਰਾਂ ਆਈਆਂ, ਇਹਨੇ ਥੋੜੀ ਬਾਬਲ ਦਾ ਖਿਆਲ ਰੱਖਿਆ। ਬਿਲਕੁਲ, ਉਹ ਗਾਂ ਜਿਹੜਾ ਬਬਲੂ ਸੀਗਾ ਉਹਦਾ ਖਿਆਲ ਰੱਖਿਆ ਇਹਨੇ ਤਾਂ। ਕਿਹੜਾ ਬਬਲੂ? ਉਹ ਬਬਲੂ ਨਾਲ ਫਰਾਰ ਹੋ ਗਈ। ਉਹਦਾ ਨਾਮ ਬਬਲੂ ਆ? ਹੋਊਗਾ ਹੀ ਐ। ਧੱਕੇ ਨਾਲ ਹੀ ਪਹਿਲਾ ਬਬਲੂ ਸੀ, ਦੂਜਾ ਬਬਲੂ ਬਣਾਤਾ। ਬਈ ਮੈਨੂੰ ਇਸ ਗੱਲ ਦੇ ਉੱਤੇ ਬੜੀ ਚਿੰਤਾ, ਬੜਾ ਦੁੱਖ ਆ ਬਈ ਸਾਡੇ ਦੇਸ਼ ਦੇ ਵਿੱਚ ਇਹ ਕੁਝ ਕਿਉਂ ਹੁੰਦਾ। ਦੇਖੋ, ਜੇਕਰ ਤੁਸੀਂ ਕਿਸੇ ਦੇ ਨਾਲ ਜੁੜੇ ਹੋਏ ਹੋ ਦਿਲੀ ਤੌਰ ਦੇ ਉੱਤੇ, ਤਾਂ ਵੀ ਮਾਣ ਸਤਿਕਾਰ ਦਾ ਖਿਆਲ ਰੱਖਣਾ ਚਾਹੀਦਾ। ਇਉਂ ਤਾਂ ਯਾਰ ਗੋਰੇ ਵੀ ਨਹੀਂ ਕਰਦੇਗੇ, ਆਪਾਂ ਐਵੇਂ ਗੋਰੇ ਬਦਨਾਮ ਕਰ ਦਿੰਨੇ ਆ ਵੀ ਭਾਈ ਗੋਰਿਆਂ 'ਚ ਐਂ ਚੱਲਦਾ, ਉਹਨਾਂ 'ਚ ਇਉਂ ਨਹੀਂ ਚੱਲਦਾ। ਉਹ ਜਿਹਦੇ ਹੈਗੇ ਆ ਨੰਗੇ ਚਿੱਟੇ ਇੱਕ ਦੇ ਆ। ਬਿਲਕੁਲ ਸਹੀ ਟਾਣਾ ਸਾਹਿਬ, ਮੈਨੂੰ ਇਹ ਲੱਗਦਾ ਵੀ ਸਾਡੇ ਮੁਲਕ ਦੇ ਵਿੱਚ ਨਾ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸਭ ਤੋਂ ਪਹਿਲੀ ਚੀਜ਼ ਇਹ, ਕਈ ਵਾਰ ਚੰਗਾ ਭਲਾ ਸਾਰਾ ਕੁਝ ਹੁੰਦਾ ਹੈ ਹਨਾ, ਵੀ ਜੋ ਕਹਿ ਲੋ ਵੀ ਇੱਕ ਮਾਪੇ ਇੱਕ ਮੁੰਡੇ ਦੇ ਵਿੱਚ ਖੂਬੀਆਂ ਲੱਭਦੇ ਨੇ, ਜੇਕਰ ਕੁੜੀ ਦਾ ਵਿਆਹ ਕਰਨਾ ਹੈ ਤੇ ਜਾਂ ਜੇਕਰ ਮੁੰਡੇ ਦਾ ਵਿਆਹ ਕਰਨਾ ਤਾਂ ਮਾਪੇ ਕੁੜੀ ਦੇ ਵਿੱਚ ਜੋ ਖੂਬੀਆਂ ਲੱਭਦੇ ਨੇ, ਉਹ ਕਈ ਵਾਰ ਜਿਹੜਾ ਮੁੰਡਾ ਕੁੜੀ ਨੇ ਆਪਸ 'ਚ ਇੱਕ ਦੂਜੇ ਨੂੰ ਪਸੰਦ ਕੀਤਾ ਹੁੰਦਾ, ਉਹ ਖੂਬੀਆਂ ਪੂਰੀਆਂ ਹੁੰਦੀਆਂ ਨੇ, ਪਰ ਫਿਰ ਵੀ ਉੱਥੇ ਗੱਲ ਇਹ ਅੜ ਜਾਂਦੀ ਹੈ, ਲੈ ਲੋਕ ਕੀ ਕਹਿਣਗੇ, ਅਸੀਂ ਤਾਂ ਨਹੀਂ ਲਵ ਮੈਰਿਜ ਕਰਨੀ ਹਨਾ। ਤੇ ਉਸ ਤੋਂ ਬਾਅਦ ਵਿੱਚ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਫਿਰ ਉਲਟਾ ਹੋਰ ਮਿੱਟੀ ਪੈਂਦੀ ਹੈ ਸਿਰ ਦੇ ਵਿੱਚ। ਦੇਖੋ, ਮੈਂ ਨਾ ਤਾਂ ਕੱਲੀਆਂ ਕੁੜੀਆਂ ਨੂੰ ਗਲਤ ਕਹਿਦਾ, ਨਾ ਮੁੰਡਿਆਂ ਨੂੰ, ਸਾਰੇ ਇੱਕੋ ਜਿਹੇ ਆ। ਇਹ ਤਾਂ ਚਲੋ ਦੋ ਖਬਰਾਂ ਇਕੱਠੀਆਂ ਕੁੜੀਆਂ ਦੀਆਂ ਆ ਗਈਆਂ, ਮੁੰਡੇ ਕਿਹੜਾ ਘੱਟ ਆ? ਮੁੰਡੇ ਵੀ ਹੁਣ ਵਿਆਹ ਕਰਵਾ ਲੈਂਦੇ ਆ, ਬਾਹਰ 2-3 ਸਹੇਲੀਆਂ ਹੁੰਦੀਆਂ, ਫਿਰ ਵੀ ਕਹਿਣਗੇ ਸੱਚੀ ਸੱਚਾ ਪਿਆਰ ਨਹੀਂ ਉਹ ਮਿਲਿਆ। ਸੋ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਜੇਕਰ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਹੈ ਤਾਂ ਪਹਿਲਾਂ ਹੀ ਸੋਚ ਸਮਝ ਕੇ ਕਦਮ ਚੁੱਕੋ। ਇਹ ਮੁੰਡੇ ਕੁੜੀਆਂ ਨੂੰ ਚਾਹੀਦਾ ਹੈ। ਜੇਕਰ ਮੁੰਡੇ ਕੁੜੀ ਨੇ ਇਹੋ ਜਿਹਾ ਕੋਈ ਕਦਮ ਚੱਕ ਲਿਆ ਤਾਂ ਮਾਪਿਆਂ ਨੂੰ ਕਹੋ ਭਾਈ ਕੱਲ ਨੂੰ ਜੋ ਵੀ ਹੋਊਗਾ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ, ਸਾਨੂੰ ਆ ਕੇ ਉਲਾਂਭਾ ਨਹੀਂ ਦੇ ਸਕਦੇ ਵੀ ਮੇਰੇ ਨਾਲ ਚੰਗੀ ਨਹੀਂ ਹੋਈ ਜਾਂ ਮੇਰੇ ਨਾਲ ਮਾੜੀ ਹੋਈ ਹੈ। ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਲੈਣੇ ਹੋ ਤਾਂ ਜਿੱਥੇ ਮਰਜ਼ੀ ਵਿਆਹ ਕਰਾਓ, ਠੀਕ ਹੈ ਨਾ। ਪਰ ਮੈਨੂੰ ਲੱਗਦਾ ਮਾਹੌਲ ਦੇ ਹਿਸਾਬ ਦੇ ਨਾਲ, ਜੋ ਘਰ ਦੇ ਵਿੱਚ ਤੁਹਾਡੇ ਮਾਹੌਲ ਹੋਵੇ ਉਹਦੇ ਹਿਸਾਬ ਨਾਲ ਬੱਚੇ ਨੂੰ ਕਦਮ ਚੁੱਕਣਾ ਚਾਹੀਦਾ। ਇੱਕ ਮੇਰੀ ਬੇਨਤੀ ਹੋਰ ਆ ਜਿਹੜੀ ਕਿ ਮੈਂ ਆਲੇ ਦੁਆਲੇ ਹੁਣ ਤੱਕ
ਕਈ ਵਾਰ ਦੇਖੀ ਆ ਵੀ ਜਦੋਂ ਕੁੜੀ ਵਿਆਹੀ ਜਾਂਦੀ ਆ ਨਾ ਜੀ ਤਾਂ ਮਾਪਿਆਂ ਨੂੰ ਹਾਲ ਚਾਲ ਤਾਂ ਉਹਦਾ ਪੁੱਛਣਾ ਹੀ ਚਾਹੀਦਾ, ਉਹਨਾਂ ਦੀ ਜੰਮੀ ਜਾਈ ਆ। ਬਿਲਕੁਲ। ਪਰ ਨਾ ਸਾਰੀ ਦਿਹਾੜੀ ਫੋਨ ਨਹੀਂ ਕਰਨੇ ਚਾਹੀਦੇ। ਜਦੋਂ 2-2 ਘੰਟੇ ਲਗਾਤਾਰ ਫੋਨ ਕਰਦੇ ਆ ਵੀ ਅੱਜ ਕੀ ਬਣਾਇਆ, ਭਿੰਡੀਆਂ ਕਿਹਨੇ ਚੀਰੀਆਂ, ਅੱਜ ਫਿਰ ਗੰਢੇ ਕਿਹਨੇ ਚੀਰੇ, ਸਬਜ਼ੀ ਵਾਲਾ ਆਇਆ ਸੀ, ਸਬਜ਼ੀ ਵਾਲਾ ਆਇਆ ਸੀਗਾ ਤੇ ਗੰਢੇ ਤੁਹਾਡੇ ਕੀ ਰੇਟ ਆ, ਸਾਡੇ ਤਾਂ ਆਹ ਚੱਲਦੇ ਆ, ਕੱਟਾ ਕਿਵੇਂ ਜਿਹੜਾ ਢਿੱਲਾ ਹੋ ਗਿਆ ਸੀ ਠੀਕ ਆ, ਹੁਣ ਮੱਝ ਕਿਵੇਂ ਆ, ਹੈ ਅੱਛਾ ਤੁਸੀਂ ਕੱਲ ਵੀ ਪੀਲੀ ਦਾਲ ਬਣਾਈ ਅੱਜ ਵੀ ਬਣਾਉਣ ਲੱਗੀਆਂ। ਮੈਂ ਤੁਹਾਡੀ ਗੁਆਂਢਣ ਆਈ ਸੀ। ਹਾਂ ਆਈ ਸੀ ਕਿ ਨਹੀਂ ਆਈ ਸੀ, ਵੀ ਇਹ ਉਹ ਫਜ਼ੂਲ ਕਿਸਮ ਦੀਆਂ ਗੱਲਾਂ ਜਿਹਦੇ ਕਰਕੇ ਘਰਾਂ ਦੇ ਵਿੱਚ ਕਲਾ ਕਲੇਸ਼ ਛਿੜ ਪੈਂਦੀ ਹੈ। ਸੋ ਘੱਟ ਫੋਨ ਕਰੋ, ਪਿਆਰ ਰੱਖੋ, ਮਿਲਵਰਤਨ ਰੱਖੋ। ਜੇ ਆਪਾਂ ਇਹੋ ਜਿਹੀਆਂ ਗੱਲਾਂ ਕਰੇ ਬਿਨਾ ਨਹੀਂ ਰਹਿ ਸਕਦੇ, ਆਪਣੀ ਮਜਬੂਰੀ ਹੋ ਸਕਦੀ ਕਈ ਵਾਰ, ਫਿਰ ਸਾਲ ਠਹਿਰ ਕੇ ਵਿਆਹ ਕਰ ਲਓ। ਪਹਿਲਾਂ ਗੱਲਾਂ ਮੁਕਾ ਲਓ, ਪਹਿਲਾਂ ਗੱਲਾਂ ਮੁਕਾ ਲਓ ਵੀ ਗੰਢੇ ਕਿਹੜੇ ਪਾ ਤੇ ਟਮਾਟਰ ਕਿਹੜੇ ਪਾ, ਉਸ ਤੋਂ ਬਾਅਦ ਧੀ ਪੁੱਤ ਦਾ ਵਿਆਹ ਕਰੋ। ਪਹਿਲਾਂ ਤੁਸੀਂ ਇਸ ਗੱਲ ਤੇ ਮੀਟਿੰਗਾਂ ਕਰ ਲਓ, ਅਗਲੀ ਗੱਲ ਫੇਰ। ਜੀ ਹਾਂ ਟਾਣਾ ਸਾਹਿਬ, ਜਦੋਂ ਆਪਾਂ ਕਰੋਨਾ ਦੀ ਗੱਲ ਕਰਦੇ ਆਂ, ਇਸ ਤਾਲਾਬੰਦੀ ਦੀ ਗੱਲ ਕਰਦੇ ਆਂ, ਤਾਂ ਹਰੇਕ ਕਿੱਤੇ ਦੇ ਉੱਪਰ, ਹਰੇਕ ਕੰਮ ਦੇ ਉੱਪਰ ਇਸ ਤਾਲਾਬੰਦੀ ਨੇ ਬਹੁਤ ਵੱਡਾ ਅਸਰ ਕੀਤਾ ਹੈ। ਤੇ ਜੇਕਰ ਇਹਦੇ ਨਾਲ ਹੀ ਜੁੜਦੀ ਪੰਜਾਬੀ ਸਨਅਤ ਦੀ ਆਪਾਂ ਗੱਲ ਕਰੀਏ, ਆਪਣੀ ਫਿਲਮ ਇੰਡਸਟਰੀ ਦੀ ਗੱਲ ਕਰੀਏ, ਤਾਂ ਉਹਦੇ ਉੱਪਰ ਵੀ ਬਹੁਤ ਮਾੜਾ ਪ੍ਰਭਾਵ ਪਿਆ ਇਸ ਤਾਲਾਬੰਦੀ ਦਾ, ਹਨਾ। ਹੁਣ ਤਾਂ ਕਹਿੰਦੇ ਕਈ ਨਿਰਮਾਤਾ ਇਹੋ ਜਿਹੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਕਰੀਏ ਤਾਂ ਕੀ ਕਰੀਏ, ਵੀ ਇਧਰੋਂ ਉਧਰੋਂ ਫੜ ਕੇ ਪੈਸੇ ਲਾਏ ਸੀ, ਨਾ ਉਹ ਪੈਸੇ ਜਿਹੜੇ ਆ ਉਹ ਸਹੀ ਥਾਂ ਤੇ ਲੱਗ ਸਕੇ, ਨਾ ਉਹਨਾਂ ਦੀ ਕੋਈ ਆਊਟਪੁੱਟ ਆ ਸਕੀ, ਯਾਨੀ ਕਿ ਨਾ ਉਹਨਾਂ ਨੂੰ ਉਹਦੇ ਬਦਲੇ 'ਚ ਕੁਝ ਮਿਲਿਆ, ਤੇ ਉਧਰੋਂ ਵਿਚਾਰੇ ਵੱਖਰੇ ਫਸ ਗਏ ਨੇ। ਦੇਖੋ ਇੱਕ ਤਾਂ ਗੱਲ ਇਹ ਆ ਵੀ ਜਿਹੜੇ ਇਹ ਤਾਲਾਬੰਦੀ ਦੇ ਮਹੀਨੇ ਚੱਲਦੇ ਆ, ਇਹਨਾਂ ਦੇ ਵਿੱਚ ਲਗਭਗ 15 ਪੰਜਾਬੀ ਫਿਲਮਾਂ ਰਿਲੀਜ਼ ਹੋਣੀਆਂ ਸੀ, ਲੋਕਾਂ ਦੇ ਮੂਹਰੇ ਆਉਣੀਆਂ ਸੀਗੀਆਂ। ਪਰ ਹੁਣ ਜਦੋਂ ਤਾਲਾਬੰਦੀ ਹੋ ਗਈ ਤਾਂ ਸਾਰੀਆਂ ਦੀਆਂ ਤਰੀਕਾਂ ਅੱਗੇ ਤੋਂ ਅੱਗੇ ਪਾਉਣੀਆਂ ਪਈਆਂ। ਹੁਣ ਜਦੋਂ ਪਿਛਲੇ ਸਾਲ ਦੇ ਵਿੱਚ ਜਦੋਂ ਫਿਲਮਾਂ ਦਾ ਕੰਮ ਚੱਲਦਾ ਸੀਗਾ, ਤੇ ਜਿਹੜੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਉਦੋਂ ਹੀ ਸੋਚਿਆ ਸੀ ਵੀ ਆਪਾਂ ਦਸੰਬਰ ਦੇ ਵਿੱਚ ਫਿਲਮ ਨੂੰ ਲੋਕਾਂ ਦੇ ਮੂਹਰੇ ਲੈ ਕੇ ਆਉਣਾ, ਹੁਣ ਜਿਹੜੀ ਹੁਣ ਮਹੀਨਿਆਂ ਵਾਲੀ ਉਹ ਅੱਗੇ ਪਾ ਦਿੱਤੀ ਗਈ, ਯਾਨੀ ਕਿ ਫਿਲਮ ਦੇ ਵਿੱਚ ਫਿਲਮ ਭਿੜੂਗੀ ਤੇ ਨੁਕਸਾਨ ਦੋਵਾਂ ਧਿਰਾਂ ਦਾ ਹੋਊਗਾ। ਇਸ ਵਕਤ ਬਹੁਤ ਸਾਰੇ ਇਹੋ ਜਿਹੇ ਨਿਰਮਾਤਾ ਤੇ ਨਿਰਦੇਸ਼ਕ ਆ ਜਿਹੜੇ ਕਿ ਝੰਬੇ ਪਏ ਆ, ਲਗਭਗ 150 ਕਰੋੜ ਰੁਪਈਆ ਨਿਰਮਾਤਾਵਾਂ ਦਾ ਫਸਿਆ ਪਿਆ। ਨਾ ਤਾਂ ਫਿਲਮ ਰਿਲੀਜ਼ ਹੋਣ ਦੀ ਸੰਭਾਵਨਾ, ਤੇ ਨਾ ਹੀ ਇਹ ਗੱਲ ਉਹ ਕਹਿ ਸਕਦੇ ਆਪਦੇ ਮੂੰਹੋਂ ਵੀ ਸਾਡੀ ਤਾਂ ਫਿਲਮ ਡੱਬਾ ਬੰਦ ਆ। ਆਪਾਂ ਜਾਣਦੇ ਵੀ ਬਹੁਤ ਸਾਰੀਆਂ ਫਿਲਮਾਂ ਜਿਹਦੇ ਵਿੱਚ ਇੱਕ ਟੈਲੀਵਿਜ਼ਨ ਵੀ ਆ, ਇੱਕ ਗੋਲ ਗੱਪੇ ਵੀ ਆ, ਇੱਕ ਉਹਦੇ ਚ ਪੋਸਤੀ ਵੀ ਆ, ਤੇ ਕਈ ਹੋਰ ਜਿਹੜੀਆਂ ਇੱਕ ਯਾਰ ਅਣਮੁੱਲੇ ਰਿਟਰਨ, ਇਹੋ ਜਿਹੀਆਂ ਫਿਲਮਾਂ ਜਿਹੜੀਆਂ ਉਹ ਰਿਲੀਜ਼ ਹੋਣੀਆਂ ਸੀ, ਤੇ ਉਹ ਸਾਰੀਆਂ ਅੱਗੇ ਪਾਉਣੀਆਂ ਪੈ ਗਈਆਂ। ਤੇ ਇੱਕ ਫਿਲਮ ਦੇ ਨਾਲ ਬਹੁਤ ਸਾਰੇ ਲੋਕਾਂ ਦੀ, ਸੈਂਕੜੇ ਲੋਕਾਂ ਦੀ ਰੋਟੀ ਜੁੜੀ ਹੁੰਦੀ ਹੈ। ਪੰਜਾਬ ਦੇ ਵਿੱਚ 1 ਲੱਖ ਦੇ ਕਰੀਬ ਲੋਕ ਆ ਜਿਹੜੇ ਫਿਲਮੀ ਖੇਤਰ ਦੇ ਨਾਲ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜੁੜੇ ਹੋਏ ਆ। ਕੋਈ ਕੋਰੀਓਗ੍ਰਾਫਰ ਦਾ ਕੰਮ ਕਰਦਾ, ਕੋਈ ਫਿਲਮ ਨੂੰ ਐਡਿਟ ਕਰਦਾ, ਕੋਈ ਕੈਮਰਾਮੈਨ ਆ, ਕੋਈ ਲਾਈਟਮੈਨ ਆ, ਕੋਈ ਕਲਾਕਾਰ ਆ, ਕੋਈ ਖਲਨਾਇਕ ਆ, ਕੋਈ ਨਾਇਕ ਆ, ਕੋਈ ਹਾਸ ਕਲਾਕਾਰ ਆ, ਕਿਸੇ ਨੇ ਕੁਛ ਤੇ ਕਿਸੇ ਨੇ ਕੁਛ ਕਰਨਾ ਹੁੰਦਾ, ਕੋਈ ਜਿਹਨੂੰ ਕਹਿੰਦੇ ਆ ਵੀ ਪ੍ਰਬੰਧ ਕਰਨ ਵਾਲਾ ਪ੍ਰੋਡਕਸ਼ਨ ਮੈਨੇਜਰ ਹੁੰਦਾ। ਸੋ ਇਹਨਾਂ ਸਾਰੇ ਲੋਕਾਂ ਦੀ ਰੋਟੀ ਨੂੰ ਹਾਲ ਦੀ ਘੜੀ ਲੱਤ ਵੱਜ ਗਈ ਆ। ਤਕਰੀਬਨ 70% ਜਿਹੜੇ ਮੈਂਬਰ ਨੇ ਉਹ ਬੇਰੁਜ਼ਗਾਰ ਹੋ ਗਏ ਨੇ, ਕਿਉਂਕਿ ਦੇਖੋ ਬਹੁਤ ਵੱਡੇ ਕਰੂ ਦੀ ਲੋੜ ਹੁੰਦੀ ਹੈ ਇੱਕ ਫਿਲਮ ਨੂੰ ਬਣਾਉਣ ਦੇ ਲਈ, ਹਨਾ। ਤੇ ਉਹਦੇ ਵਿੱਚ ਕੋਈ ਸਪੌਟ ਬॉय ਹੋਊਗਾ, ਕੋਈ ਕੁਛ ਕਰਦਾ ਹੋਊਗਾ, ਕੋਈ ਕੁਛ ਕਰਦਾ ਹੋਊਗਾ, ਉਹਨਾਂ ਲੋਕਾਂ ਨੂੰ ਵੀ ਬਹੁਤ ਵੱਡੀ ਸੱਟ ਵੱਜੀ ਹੈ ਇਸ ਤਾਲਾਬੰਦੀ ਦਾ ਕਰਕੇ। ਬਿਲਕੁਲ ਜੀ, ਤੇ ਬਹੁਤ ਸਾਰੇ ਇਹੋ ਜਿਹੇ ਸਾਜ਼ੀ ਆ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਹੈ, ਜਿਹੜੇ ਕਹਿੰਦੇ ਵੀ ਸਾਡਾ ਤਾਂ ਇਸ ਵਕਤ ਧੂਆਂ ਨਿਕਲਿਆ ਪਿਆ, ਕਿਉਂਕਿ ਕਲਾਕਾਰਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸੱਭਿਆਚਾਰਕ ਮੇਲੇ ਬਹੁਤ ਮਿਲਦੇ ਹੁੰਦੇ ਆ, ਸੋਹਣਾ ਪੈਸਾ ਕਮਾਉਂਦੇ ਆ, ਤੇ ਸਾਜ਼ੀ ਆ ਜਿਹੜੇ ਉਹਨਾਂ ਨੂੰ ਤਾਂ ਦਿਨ ਦਾ ਇੱਕ ਪ੍ਰੋਗਰਾਮ ਦਾ 2000 2500 1500 ਜਾਂ 1000 ਮਿਲਦਾ ਹੁੰਦਾ। ਹੁਣ ਜਦੋਂ ਪ੍ਰੋਗਰਾਮ ਮੁਕੰਮਲ ਹੀ ਬੰਦ ਹੋ ਗਏ, ਇਕੱਠ ਕਿਤੇ ਪੰਜਾਬ 'ਚ ਹੋ ਹੀ ਨਹੀਂ ਸਕਦਾਗਾ। ਵਿਆਹਾਂ ਦੇ ਵਿੱਚ ਤੁਸੀਂ 30 ਤੋਂ ਵੱਧ ਬੰਦੇ ਨਹੀਂ ਲਿਜਾ ਸਕਦੇ, ਤੇ 30 ਜਣੇ ਗਾਉਣ ਵਾਲਾ ਨਾਲ ਲੈ ਕੇ ਚਲਾ ਜਾਂਦਾ, ਫਿਰ ਤਾਂ ਇਹਦਾ ਮਤਲਬ ਇਹ ਮੁੰਡੇ ਕੁੜੀ ਵਾਲੇ ਤਾਂ ਆਉਣ ਹੀ ਨਾ, ਫਿਰ ਖਾੜਾ ਹੀ ਲੱਗ ਜੇ ਕੱਲਾ। ਇਸ ਕਰਕੇ ਭਾਈ ਚਾਰੇ ਪਾਸੇ ਹੁਣ ਬਹੁਤ ਦੁੱਖ ਹੋਇਆ ਵਿਆ, ਤੇ ਉਹ ਸਾਜ਼ੀ ਕਹਿੰਦੇ ਵੀ ਸਾਡੀ ਕੋਈ ਬਾਹ ਫੜੇ, ਪਰ ਫੜਦਾ ਕੋਈ ਨਹੀਂ। ਤਕਰੀਬਨ 1 ਸਾਲ ਲੱਗ ਜਾਣਾ ਟਾਣਾ ਸਾਹਿਬ ਇਹ ਸਾਰਾ ਕੁਝ ਲੀ ਤੇ ਆਉਂਦੇ। ਬਿਲਕੁਲ, ਮੰਨ ਲਓ ਵੀ ਹੁਣ ਸਿਨੇਮੇ ਖੋਲ ਦਿੱਤੇ ਜਾਣ, ਜਿਹੜੇ ਕਿ 31 ਜੁਲਾਈ ਤੋਂ ਬਾਅਦ ਵਿਚਾਰਿਆ ਜਾਣਾ ਕਿ ਭਾਰਤ ਦੇ ਵਿੱਚ ਸਿਨੇਮੇ ਬੰਦ ਜਿਹੜੇ ਉਹ ਖੁੱਲਣੇ ਕਿ ਨਹੀਂ, ਪਰ ਉਦੋਂ ਵੀ ਲੋਕਾਂ ਨੇ ਛੇਤੀ ਕਿਤੇ ਨਹੀਂ ਜਾਣਾ। ਹਾਲੇ ਤੱਕ ਤਾਂ ਲੋਕ ਬੱਸਾਂ ਦੇ ਵਿੱਚ ਬਹਿਣਾ ਨਹੀਂ ਸ਼ੁਰੂ ਹੋਏ, ਲੋਕਾਂ ਦੇ ਮਨ 'ਚ ਡਰ ਆ। ਜਦੋਂ ਭਾਰਤ ਦੇ ਵਿੱਚ 28 29 ਹਜ਼ਾਰ ਕੇਸ ਹਰ ਰੋਜ਼ ਆ ਰਿਹਾ, ਤੇ ਉਸ ਵਕਤ ਕਿਹਨੇ ਫਿਲਮਾਂ ਦੇਖਣੀਆਂ, ਖੁਸ਼ੀਆਂ ਤਾਂ ਲੁੱਟੀਆਂ ਗਈਆਂ। ਇਸ ਕਰਕੇ ਭਾਈ ਫਿਲਮੀ ਸਨਅਤ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ, ਉਹ ਵੀ ਕਾਫੀ ਪਰੇਸ਼ਾਨੀ ਦੇ ਆਲਮ ਦੇ ਵਿੱਚ ਹੈ, ਜਿਵੇਂ ਕਿ ਬਾਕੀ ਲੋਕ ਆ। ਬਿਲਕੁਲ ਸਹੀ ਟਾਣਾ ਸਾਹਿਬ, ਪਰ ਮੈਂ ਨਾ ਬੜੀ ਕਈ ਵਾਰ ਹੈਰਾਨ ਹੁੰਨੀ ਆ, ਤੁਸੀਂ ਵੇਖੋ ਵੀ ਕਿਸ ਤਰੀਕੇ ਨਾਲ ਕੁਦਰਤ ਨੇ ਸਾਰਾ ਕੁਝ ਹੀ ਰੋਕ ਦਿੱਤਾ। ਕਦੇ ਨਹੀਂ ਸੀ ਸੁਣਿਆ, ਕਦੇ ਨਹੀਂ ਸੀ ਸੋਚਿਆ ਵੀ ਜਹਾਜ਼ ਵੀ ਰੁਕ ਜਾਣਗੇ, ਕਦੇ ਨਹੀਂ ਸੀ ਸੋਚਿਆ ਸਾਰਾ ਕੁਝ ਬੰਦ ਹੋ ਜਾਊਗਾ, ਕਦੇ ਨਹੀਂ ਸੀ ਸੋਚਿਆ ਵੀ ਇਦਾਂ ਦਾ ਵੀ ਕੋਈ ਦੌਰ ਆਊਗਾ ਕਿ ਲੋਕ ਡਰ ਦੇ ਮਾਰੇ ਘਰੋਂ ਹੀ ਨਹੀਂ ਬਾਹਰ ਨਿਕਲਣਗੇ, ਹਨਾ। ਸੋ ਇਹ ਸਭ ਕੁਝ ਨੇ ਲੋਕਾਂ ਦੀ ਜੇਬ ਦੇ ਉੱਪਰ, ਉਹਨਾਂ ਦੀ ਮਾਨਸਿਕਤਾ ਦੇ ਉੱਪਰ ਬਹੁਤ ਡੂੰਘਾ ਅਸਰ ਪਾਇਆ। ਗੱਲਾਂ ਸਾਰੀਆਂ ਤੁਹਾਡੀਆਂ ਸਹੀ ਆ, ਅੱਜ ਜਹਾਜ਼ ਵੀ ਰੁਕ ਜਾਣਗੇ, ਇਹ ਗੱਲ ਕਿਵੇਂ ਕਹੀ ਤੁਸੀਂ? ਉਹ ਨਾ ਬਸ ਉਹ ਗੱਲ ਕਰਦੀ ਮੇਰੇ ਮੂੰਹ ਤੇ ਮੱਠਾ ਜਿਹਾ ਆਇਆ ਸੀ ਹਾਸਾ, ਪਰ ਮੈਂ ਬੜੀ ਮੁਸ਼ਕਲ ਨਹੀਂ ਤੁਹਾਡੀ ਹਿੰਮਤ ਕਿਵੇਂ ਹੋਈ ਵੀ ਭਾਈ ਜਹਾਜ਼ ਵੀ ਰੁਕ ਜਾਣਗੇ, ਤੁਸੀਂ ਫੋੜਾ ਛਿਲਦੇ ਹੋ? ਨਹੀਂ ਟਾਣਾ ਸਾਹਿਬ, ਕੋਈ ਪਹਿਲੀ ਵਾਰ ਨਿਊਜ਼ੀਲੈਂਡ 'ਚ ਗਏ, ਸਾਰੇ ਜਹਾਜ਼ ਬੰਦ। ਪਹਿਲੀ ਵਾਰ ਨਿਊਜ਼ੀਲੈਂਡ 'ਚ ਨਹੀਂ, ਪਹਿਲੀ ਵਾਰ ਹਵਾਈ ਸਫ਼ਰ ਕੀਤਾ ਤੇ ਜਹਾਜ਼ ਬੰਦ ਹੋ ਗਏ। ਗਾਂ ਤੋਂ ਨਹੀਂ ਕਰਨਾ ਤੁਸੀਂ, ਮੇਰੇ ਨਾਲ ਵਾਅਦਾ ਕਰੋ।
ਕਿਉਂ ਐ ਨਹੀਂ ਜਾਣਾ ਹੁਣ ਗਾਂ ਤੋਂ। ਤੁਸੀਂ ਵੇਖੋ ਤੁਹਾਨੂੰ ਤਾਂ ਮੇਰੇ ਨਾਲ ਵਾਰ-ਵਾਰ ਜਾਣਾ ਚਾਹੀਦਾ। ਉਹ ਕਿਉਂ? ਕਿਉਂਕਿ ਤੁਹਾਨੂੰ ਇੰਨੇ ਸੋਹਣੇ ਮੁਲਕ 'ਚ ਜਾ ਕੇ ਮੈਂ ਤੁਹਾਨੂੰ ਨਹੀਂ ਛੱਡਿਆ। ਮੁਲਕ ਬਹੁਤ ਸੋਹਣਾ, ਸਭ ਕੁਝ ਬਹੁਤ ਸੋਹਣਾ, ਜੀ। ਪਰ ਤੁਸੀਂ ਦੁਨੀਆ ਹੀ ਬੰਦ ਕਰਾ ਦਿੰਦੇ ਹੋ। ਏਦਾਂ ਹੀ ਹੁੰਦੀ ਹੈ। ਹਾਂ ਸਾਡਾ ਚੱਲਦਾ ਹੈ ਧੱਕਾ। ਅੱਛਾ ਇਹ ਗੱਲਾਂ ਨਹੀਂ ਚੰਗੀਆਂ। ਨਹੀਂ ਚਲੋ ਅਸੀਂ ਤਾਂ ਚਾਹੁੰਦੇ ਆ ਦੁਨੀਆ ਜਿਹੜੀ ਤੰਦਰੁਸਤ ਰਵੇ, ਸਾਰਾ ਕੁਝ ਉਵੇਂ ਹੀ ਚੱਲੇ ਜਿਵੇਂ ਪਹਿਲਾਂ ਚੱਲ ਰਿਹਾ ਸੀ, ਲੋਕਾਂ ਦੀ ਜੇਬਾਂ ਦੇ ਵਿੱਚ ਪੈਸਾ ਆਵੇ ਤਾਂ ਜੋ ਲੋਕ ਆਪਣੇ ਪੀਪਿਆਂ ਦੇ ਵਿੱਚ ਆਟਾ ਪਾ ਸਕਣ, ਸਾਰੀ ਦੁਨੀਆ ਜਿਹੜੀ ਆ ਉਹ ਸੁੱਖੀ ਸੁੱਖੀ ਆਪਣੇ ਘਰਾਂ ਦੇ ਵਿੱਚ ਰਹਿ ਸਕੇ। ਸੋ ਅਸੀਂ ਤਾਂ ਚਾਹੁੰਦੇ ਆ ਵੀ ਛੇਤੀ ਸਾਰਾ ਕੁਝ ਵਧੀਆ ਹੋਵੇ। ਬਿਲਕੁਲ ਸਹੀ ਗੱਲ। ਪਰ ਦੇਖੋ ਹੁਣ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ। ਰਾਣਾ ਸਾਹਿਬ ਹੁਣ ਆਪਾਂ ਗੱਲ ਕਰਦੇ ਆ ਸਿੱਧੀ ਅਮਰੀਕਾ ਦੀ। ਅੱਛਾ ਨਿਊਜ਼ੀਲੈਂਡ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਤੁਸੀਂ ਅਮਰੀਕਾ ਦੀ ਗੱਲ ਕਰੋਗੇ? ਹਾਂ ਮੈਂ ਕਰੂੰਗੀ, ਪਰ ਅਮਰੀਕਾ 'ਚ ਮਾਮਲਾ ਬੜਾ ਅਜੀਬੋ-ਗਰੀਬ ਜਿਹਾ ਸਾਹਮਣੇ ਆਇਆ। ਔਰ ਉੱਥੇ ਕੋਈ ਭੱਜ ਗਿਆ? ਨਹੀਂ ਕੋਈ ਨਹੀਂ ਭੱਜਿਆ। ਅੱਜ ਸਾਰੀਆਂ ਭੱਜਣ ਵਾਲੀਆਂ ਖਬਰਾਂ ਨਹੀਂ ਲੈ ਕੇ ਆਏ ਆਪਾਂ, ਪਰ ਅਮਰੀਕਾ 'ਚ ਇੱਕ ਬੜੀ ਅਲੱਗ ਤਰ੍ਹਾਂ ਦੀ ਮਿਸਾਲ ਸਾਹਮਣੇ ਆਈ ਹੈ। ਉਹਦੀ ਗੱਲ ਕਰੀਏ ਆਪਾਂ। ਕਰੋ। ਅਮਰੀਕਾ ਦੇ ਨਿਊ ਜਰਸੀ ਤੋਂ ਇਹ ਖਬਰ ਸਾਹਮਣੇ ਆਈ ਹੈ। ਉੱਥੇ ਕਹਿੰਦੇ ਕਿ ਇੱਕ ਬੰਦੇ ਨੇ ਰੈਸਟੋਰੈਂਟ ਦੇ ਵਿੱਚੋਂ ਗਿਆ, ਉੱਥੇ ਜਾ ਕੇ ਉਹਨੇ ਜੋ ਵੀ ਖਾਣਾ ਸੀ ਉਹਦੀ ਬੇਨਤੀ ਕੀਤੀ, ਖਾਣਾ ਖਾਦਾ ਤੇ ਉਸ ਤੋਂ ਬਾਅਦ ਨਾ 3000 ਦਾ ਕੋਈ ਬਿੱਲ, ਉਹਦਾ ਜਿਹੜਾ 3000 ਦੇ ਜਿਹੜੇ ਬਿੱਲ ਬਣਿਆ, ਤੇ ਉਹਨੇ ਬਿੱਲ ਦੇ ਨਾਲ 75000 ਦੀ ਟਿਪ ਹੀ ਦੇ ਦਿੱਤੀ। ਵਾਹ ਬੰਦਾ ਬਹੁਤ ਕਮਾਲ ਦਾ ਬਈ। ਇਸ ਬੰਦੇ ਨੂੰ ਘੁੱਟ ਕੇ ਜੱਫੀ ਪਾਉਣ ਨੂੰ ਜੀ ਕਰਦਾ ਵੀ ਭਾਈ ਇੰਨਾ ਪੈਸਾ ਇਹ ਟਿਪ ਦੇ ਰੂਪ ਦੇ ਵਿੱਚ, ਤੋਹਫੇ ਦੇ ਰੂਪ ਦੇ ਵਿੱਚ ਦੇ ਜਾਂਦਾ। ਨਹੀਂ ਇਹ ਪੱਕਾ ਗਾਹਕ ਹੈ। 3000 ਰੁਪਏ ਦਾ ਉਹਦਾ ਬਿੱਲ ਬਣਿਆ। ਹਾਂਜੀ 3000 ਰੁਪਏ ਡਾਲਰ ਨਹੀਂ ਗਏ, ਨਹੀਂ ਰੁਪਈਆ ਭਾਰਤੀ ਰੁਪਈਆਂ ਦੇ ਮੁਤਾਬਕ 3000 ਦਾ ਉਹਦਾ ਬਿੱਲ ਬਣਿਆ ਜੀ। ਪਰ ਉਹਨੇ ਟਿਪ ਦੇਤੀ ਇੰਨੀ ਵੱਡੀ ਵੀ ਉਹ ਤਾਂ ਬਾਗੋ ਬਾਗ ਹੋ ਗਏ ਸਾਰੇ। ਇੱਕ ਮਿੰਟ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਤੁਹਾਡਾ ਕਿਉਂ ਦਿਲ ਕਰ ਰਿਹਾ ਉਹਨੂੰ ਘੁੱਟ ਕੇ ਗੱਲ ਵਕੜੀ ਪਾਉਣ? ਦੇਖੋ ਮੇਰਾ ਤਾਂ ਜੀ ਕਰਦਾ ਵੀ ਉਹਨੇ ਜੋ ਵਿੱਚ ਇੱਕ ਨੋਟ ਲਿਖਿਆ ਨਾ, ਜਿਹੜਾ ਉਹਨੇ ਇੱਕ ਵਰਕੇ ਦੇ ਉੱਤੇ ਸੰਦੇਸ਼, ਸੁਨੇਹਾ ਜਾਂ ਪਿਆਰ ਭਰੀ ਇੱਕ ਚਿੱਠੀ ਲਿਖ ਕੇ ਵਿੱਚ ਰੱਖੀ ਹੈ ਕਾਪੀ ਜੀ ਦੇ ਵਿੱਚ, ਤੇ ਉਹਨੂੰ ਜੇਕਰ ਮੈਂ ਸਾਂਝੀ ਕਰੂੰਗਾ ਤੁਸੀਂ ਵੀ ਕਹਿਣਾ। ਉਹਨੇ ਵਿੱਚ ਇਹ ਲਿਖਿਆ ਜੀ ਕਿ ਇਸ ਚੁਣੌਤੀ ਭਰਪੂਰ ਸਮੇਂ ਦੇ ਵਿੱਚ ਇਸ ਰੈਸਟੋਰੈਂਟ ਨੂੰ ਖੋਲਣਾ ਤੇ ਆਪਣੇ ਮੁਲਾਜ਼ਮਾਂ ਨੂੰ ਕੰਮ ਦੇ ਉੱਤੇ ਲਾਈ ਰੱਖਣਾ, ਇਹਦੇ ਲਈ ਭਾਈ ਮੈਂ ਤੁਹਾਡਾ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦਾ। ਮੈਂ ਤੁਹਾਡੇ ਲਈ ਯਾਨੀ ਕਿ ਮਾਲਕ ਦੇ ਲਈ ਨਹੀਂ, ਪਰ ਜਿਹੜੇ ਇੱਥੇ ਮੁਲਾਜ਼ਮਤ ਕਰਦੇ ਲੋਕ ਆ ਉਹਨਾਂ ਦੇ ਲਈ ਮੈਂ ਸੋਚ ਰਿਹਾ ਵੀ ਭਾਈ ਮੈਂ ਟਿਪ ਦੇ ਰੂਪ ਦੇ ਵਿੱਚ ਇੰਨੇ ਪੈਸੇ ਰੱਖ ਜਾ, ਤੇ ਮੇਰੀ ਬੇਨਤੀ ਆ ਕਿ ਇਹ ਸਾਰੇ ਜਾਣੇ ਆਪਸ ਦੇ ਵਿੱਚ ਵੰਡ ਲੈਣ। ਤੇ ਮਾਲਕ ਵੀ ਬੜਾ ਚੰਗਾ, ਉਹਨੇ ਆਪਦਾ ਹਿੱਸਾ ਨਹੀਂ ਰੱਖਿਆ, ਬਾਕੀ ਸਾਰਿਆਂ ਦੇ ਵਿੱਚ ਵੰਡਤਾ। ਵਾਹ ਕੀ ਬਾਤ ਹੈ। ਦੇਖੋ ਕਿੰਨੀ ਚੰਗੀ ਚੀਜ਼ ਹੈ ਨਾ ਟਾਣਾ ਸਾਹਿਬ। ਖੁਸ਼ੀ ਹੁੰਦੀ ਹੈ ਇਹੋ ਜਿਹੀਆਂ ਖਬਰਾਂ ਸੁਣ ਕੇ ਕਿ ਇਹੋ ਜਿਹੇ ਲੋਕ ਵੀ ਹੈਗੇ ਨੇ। ਕਹਿਣਾ ਨਹੀਂ ਚਾਹੀਦਾ, ਪਰ ਜੇ ਕਿਤੇ ਆਪਣੇ ਇੱਧਰ ਦੀ ਕੋਈ ਖਬਰ ਹੁੰਦੀ ਤਾਂ ਸਭ ਤੋਂ ਪਹਿਲਾਂ ਕਈਆਂ ਨੇ ਉੱਤੇ ਹੱਥ ਸਾਫ਼ ਕਰ ਦੇਣੇ। ਨਹੀਂ ਮੈਂ ਦੱਸਦਾ, ਇੱਧਰ ਨਾ ਇੱਕ ਬਹੁਤ ਵੱਡੇ ਹੋਟਲ ਦੇ ਵਿੱਚ, 5 ਤਾਰਾ ਹੋਟਲ ਦੇ ਵਿੱਚ ਇੱਕ ਬੰਦਾ ਖਾਣਾ ਖਾ ਗਿਆ, ਸਿਰੇ ਦਾ ਕੰਜੂਸ। ਜਦੋਂ ਉੱਥੋਂ ਜਾਣ ਲੱਗਾ ਤੇ ਉਹਨੇ ਵਿੱਚ ਨਾ 10 ਰੁਪਏ ਰੱਖਤੇ ਉਹ ਕਾਪੀ ਜੀ ਦੇ। 5 ਤਾਰਾ ਹੋਟਲ। ਉਹ ਜਦੋਂ ਉਹ ਬਹਿਰਾ ਹੁੰਦਾ ਜਿਹੜਾ ਵੇਟਰ ਆ, ਉਹਨੇ ਜਦੋਂ ਦੇਖਿਆ 10 ਰੁਪਏ, ਉਹ ਭੱਜ ਕੇ ਗਿਆ ਮਗਰ, ਕਹਿੰਦਾ ਮੇਰੇ ਨਾਲੋਂ ਵੱਧ ਲੋੜ ਤੁਹਾਨੂੰ ਲੱਗਦੀ ਆ, ਆ ਲਓ ਰਿਕਸ਼ਾ ਲੈ ਲਿਓ। ਬਈ ਤੁਸੀਂ ਜਿੱਥੇ ਰੋਟੀ ਖਾਣ ਗਏ ਆ ਉੱਥੇ ਇੱਕ ਪਲੇਟ ਦਾ ਮੰਨ ਲਓ 1500 ਜਾਂ 2000 ਰੁਪਏ ਦਾ ਖਰਚਾ, ਜਾਂ ਤਾਂ ਟਿਪ ਦਿਓ ਹੀ ਨਾ, ਤੇ ਜਾਂ ਫਿਰ ਜੇਕਰ ਤੁਸੀਂ ਦੇਣੀ ਹੈ ਤਾਂ ਗਰੀਬ ਬੰਦੇ ਦੇ ਬਾਰੇ ਚੰਗੀ ਤਰ੍ਹਾਂ ਸੋਚੋ। ਸੋ ਲੋਕ ਇੱਥੇ ਇਹੋ ਜਿਹਾ ਕੁਝ ਵੀ ਕਰਦੇ ਆ। ਜੀ ਇਹ ਮਾੜੀ ਗੱਲ ਆ, ਹਨਾ। ਜੇ ਅਸੀਂ ਉੱਥੇ 1500 2000 ਰੁਪਇਆ ਇੱਕ ਪਲੇਟ ਦੇ ਉੱਪਰ ਖਰਚ ਕਰ ਸਕਦੇ ਆ ਤੇ ਕਿਸੇ ਗਰੀਬ ਆਦਮੀ ਦੀ ਮਦਦ ਕਰਨ ਲੱਗਿਆ ਅਸੀਂ ਇਦਾਂ ਕਿਉਂ ਕੰਜੂਸੀ ਕਰਦੇ? ਮੈਂ ਇੱਕ ਦਿਨ ਗਿਆ ਇੱਕ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ। ਅੱਛਾ ਜੀ। ਇਹਨੂੰ ਹੋ ਗਏ ਲਗਭਗ 6 ਮਹੀਨੇ। ਅੱਛਾ। ਉਹ ਮੈਨੂੰ ਕਹਿੰਦਾ ਸਰ ਮੈਂ ਮੀਨੂ ਲੈ ਕੇ ਆਉਂ। ਮੈਂ ਕਿਹਾ ਦੇਖੋ ਮੀਨੂ ਨਹੀਂ, ਇਹ ਮੈਨਿਊ ਹੁੰਦਾ, ਤੁਹਾਨੂੰ ਉਚਾਰਨ ਸਹੀ ਕਰਨਾ ਚਾਹੀਦਾ। ਮੀਨੂ ਤਾਂ ਕੁੜੀ ਦਾ ਨਾਂ ਲੱਗਦਾ। ਦੇਖੋ ਮੈਂ ਕਿਸੇ ਦੀ ਧੀ ਭੈਣ ਦੇ ਨਾਲ ਬੈਠ ਕੇ ਚਾਹ ਪੀਂਦਾ ਚੰਗਾ ਲੱਗਦਾ ਹੈ? ਮੈਨਿਊ ਕਿਆ ਕਰੋ। ਫਿਰ ਉਹ ਲੈ ਕੇ ਆਇਆ ਤੇ ਉਹਦੇ 25-30 ਵਰਕੇ ਮੈਂ ਐ ਫਰੋਲਾਂ ਹੈ। ਮੈਂ ਕਿਹਾ ਵੀ ਜੇ ਅਗਰ ਮੈਂ ਇਤਨਾ ਪੜਾ ਲਿਖਾ ਹੋਤਾ ਤਾਂ ਮੇਰੇ 95% ਨੰਬਰ ਨਾ ਆਤੇ। ਆ ਦੇਖੋ ਆ ਘੁੱਗੀ ਪਕੌੜਾ, ਆ ਤਰਲ ਪਕੌੜਾ, ਆ ਸਿੰਗਾਪੁਰੀ ਚਿਕਨ, ਆ ਲੱਲਾ ਪਕੌੜਾ, ਭੱਬਾ ਪਕੌੜਾ, ਐਦਾਂ ਪਕੌੜਾ। ਮੈਂ ਕਿਹਾ ਇਹ ਕੋਈ ਬਾਤ ਬਣੀ? ਇਹ ਕਿਹੜੇ ਤੁਸੀਂ ਰੈਸਟੋਰੈਂਟ ਗਏ ਸੀ ਜਿੱਥੇ ਘੁੱਗੀ ਪਕੌੜਾ ਮਿਲਦਾ? ਉਹ ਨਹੀਂ ਪੁੱਠੇ ਸਿੱਧੇ ਨਾਂ ਰੱਖੇ ਹੁੰਦੇ ਆ। ਅਫਗਾਨੀ ਪਕੌੜਾ, ਸਿੰਗਾਪੁਰੀ ਚਿਕਨ। ਹੁਣ ਸਿੰਗਾਪੁਰ ਚ ਥੋੜੀ ਜਾ ਕੇ ਲੈ ਕੇ ਆਉਂਦੇ ਆ, ਬਣਾਉਂਦੇ ਤਾਂ ਉਹੀ ਆ। ਕੁੱਕੜ ਨੂੰ ਕੁਛ ਨਹੀਂ ਪਤਾ ਹੁੰਦਾ ਮੇਰਾ ਮਰਨ ਤੋਂ ਬਾਅਦ ਕੀ ਨਾਂ ਰੱਖਿਆ ਜਾਣਾ। ਟਾਣਾ ਸਾਹਿਬ ਉਹ ਡਿਸ਼ ਦਾ ਨਾਮ ਹੁੰਦਾ ਵੀ ਇਹ ਡਿਸ਼ ਜਿਹੜੀ ਹੈ ਸਿੰਗਾਪੁਰ ਦੀ ਡਿਸ਼ ਹੈ, ਤੇ ਨਾਂ ਵੀ ਤਾਂ ਆਪ ਹੀ ਰੱਖੇ ਆ ਨਾ। ਹੁਣ ਕਿਸੇ ਨੇ ਐ ਥੋੜੀ ਕਹਿਣਾ ਰਾਮਾ ਮੰਡੀ ਚਿਕਨ, ਸੰਸਾਰਪੁਰੀ ਪਕੌੜਾ। ਬਿਲਕੁਲ ਸਹੀ ਹੈ, ਪਰ ਗੱਲ ਇਹ ਹੈ ਵੀ ਇਹੋ ਜਿਹੇ ਬੰਦੇ ਜਿਹੜੇ ਵਾਕਈ ਸੋਚਦੇ ਨੇ, ਹਨਾ, ਕਾਰੋਬਾਰ, ਕਿਉਂਕਿ ਸਾਨੂੰ ਸਾਰਿਆਂ ਨੂੰ ਵੀ ਨਿਕਲਣਾ ਪਊਗਾ ਬਾਹਰ। ਕਾਰੋਬਾਰ ਜਿਹੜੇ ਨੇ ਲੋਕਲ, ਉਹਨਾਂ ਨੂੰ ਅੱਗੇ ਵਧਾਉਣ ਦੇ ਲਈ, ਉਹ ਤਾਂ ਹੀ ਅਸੀਂ ਵਧਾ ਸਕਾਂਗੇ ਜੇ ਸਾਡੀ ਜੇਬ ਦੇ ਵਿੱਚ ਕੁਝ ਆਊਗਾ। ਪਰ ਜਿਹਦੇ ਕੋਲ ਹੈ ਉਹਨੂੰ ਇਦਾਂ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਬਾਕੀ ਫਿਲਹਾਲ ਦੇ ਲਈ ਇੱਥੇ ਹੁਣ ਪ੍ਰੋਗਰਾਮ ਸਮੇਟਣ ਦਾ ਵੇਲਾ ਹੋ ਗਿਆ ਤੇ ਆਪਾਂ ਚੱਲੀਏ ਹੁਣ। ਬਿਲਕੁਲ ਜੀ, ਅਸੀਂ ਚੱਲਦੇ ਹਾਂ ਜੀ। ਕੱਲ ਨੂੰ ਤੁਹਾਡੇ ਸਾਰਿਆਂ ਦੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡੇ ਲਈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।